ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ, ਜਿਹਦੇ ਵਿੱਚ ਭਾਰਤ ਨੂੰ ਇੱਕ ਪਰਮਾਨੈਂਟ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ, ਕਾਫੀ ਪੁਰਾਣਾ ਮਾਮਲਾ ਹੈ ਔਰ ਹੁਣ ਫਿਰ ਤੋਂ ਤੇਜ਼ੀ ਫੜਦਾ ਪਿਆ। ਔਰ ਗੱਲ ਉਹੀ ਬਣੀ ਹੋਈ ਹੈ ਕਿ ਜੋ ਦੇਸ਼ ਸਪੋਰਟ ਕਰਦੇ ਨੇ, ਆਸਟ੍ਰੇਲੀਆ ਹੈ, ਪੁਰਤਗਾਲ ਹੈ, ਹੁਣ ਤੇ ਅਮਰੀਕਾ ਵੀ ਸਪੋਰਟ ਦੇ ਵਿੱਚ ਆ ਗਿਆ G20 ਤੋਂ ਬਾਅਦ। ਔਰ ਖਾਸ ਕਰਕੇ ਭਾਰਤ ਦਾ ਦਬਦਬਾ ਹੁਣ ਬਣਦਾ ਪਿਆ ਹੈ ਕਿ ਭਾਰਤ ਨੂੰ ਇੱਕ ਪਰਮਾਨੈਂਟ ਮੈਂਬਰਸ਼ਿਪ ਦਿੱਤੀ ਜਾਵੇ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਵਿੱਚ। ਪਰ ਚੀਨ ਵਿਰੋਧ ਕਰਦਾ ਹੈ, ਪਾਕਿਸਤਾਨ ਵਿਰੋਧ ਕਰਦਾ ਹੈ, ਹੋਰ ਕਿਤੋਂ ਇੱਦਾਂ ਦਾ ਵਿਰੋਧ ਨਹੀਂ ਹੈ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਚੀਨ ਔਰ ਪਾਕਿਸਤਾਨ ਕਿੱਥੋਂ ਤੱਕ ਇਸ ਦੇ ਵਿੱਚ ਅੜਿੱਕਾ ਡਾ ਸਕਦੇ ਨੇ। ਪਰ G20 ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੀ ਸਪੋਰਟ ਦੇ ਨਾਲ ਭਾਰਤ ਗਲੋਬਲ ਸਾਊਥ ਦਾ ਲੀਡਰ ਬਣਦਾ ਹੈ, ਤਾਂ ਹੋ ਸਕਦਾ ਹੈ ਕਿ ਸਾਰੇ ਯੂਰਪੀਅਨ ਯੂਨੀਅਨ ਸਪੋਰਟ ਵਿੱਚ ਆ ਕੇ ਭਾਰਤ ਨੂੰ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਪਰਮਾਨੈਂਟ ਮੈਂਬਰ ਬਣਾ ਦੇਣ, ਕਿਉਂਕਿ ਇਸ ਦਾ ਬਹੁਤ ਵੱਡਾ ਅਸਰ ਪਏਗਾ ਡਿਸੀਜ਼ਨ ਮੇਕਿੰਗ ਦੇ ਉੱਤੇ, ਜੋ ਵੀ ਇਸ ਸੰਸਥਾ ਦੇ ਵਿੱਚ ਫੈਸਲੇ ਲਏ ਜਾਂਦੇ ਨੇ ਐਮਰਜੈਂਸੀਜ਼ ਦੇ ਵਿੱਚ। ਦੂਸਰੀ ਗੱਲ ਇਹ ਹੈ ਕਿ ਭਾਰਤ ਦੇ ਜੋ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਹੁੰਚੇ ਹੋਏ ਨੇ ਅਮਰੀਕਾ ਆਪਣੀ 10 ਦਿਨਾਂ ਦੀ ਫੇਰੀ ਦੇ ਉੱਤੇ, ਉਹ ਵੀ ਯੂਨਾਈਟਿਡ ਨੇਸ਼ਨਸ ਦੇ ਪਲੇਟਫਾਰਮ ਤੋਂ ਗੱਲ ਕਰ ਰਹੇ ਨੇ ਕਿ ਹੁਣ ਉਹ ਵਕਤ ਬੀਤ ਗਿਆ ਜਦੋਂ ਇੱਕ ਦੇਸ਼ ਕੋਈ ਏਜੰਡਾ ਤੈਅ ਕਰਦਾ ਸੀ ਤੇ ਪੂਰੀ ਦੁਨੀਆ ਨੂੰ ਆਪੇ ਅੱਗੇ ਲਾ ਲੈਂਦਾ ਸੀ, ਆਪੇ ਉਹਨਾਂ ਨੂੰ ਇਹ ਕਰਨ ਤੇ ਮਜਬੂਰ ਕਰਦਾ ਸੀ ਕਿ ਜੋ ਮੈਂ ਏਜੰਡਾ ਪਾਸ ਕੀਤਾ ਉਹਦੇ ਮੁਤਾਬਿਕ ਚੱਲੋ। ਪਰ ਅੱਜ ਹਰ ਦੇਸ਼ ਆਪਣਾ ਇੱਕ ਰੁਤਬਾ ਰੱਖਦਾ, ਆਪਣੀ ਇੱਕ ਪੋਜੀਸ਼ਨ ਰੱਖਦਾ ਹੈ, ਇਸ ਕਰਕੇ ਹਰ ਦੇਸ਼ ਦੀ ਸਲਾਹ ਮੰਨਣੀ ਜਾਣੀ ਚਾਹੀਦੀ ਹੈ। G20 ਤੋਂ ਬਾਅਦ ਭਾਰਤ ਦਾ ਕੱਦ ਕਾਫੀ ਵੱਡਾ ਹੋਇਆ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਤੇ ਭਾਰਤ ਦੇ ਜਿਹੜੇ ਨੇਤਾ, ਭਾਰਤ ਦੇ ਜਿਹੜੇ ਬਿਊਰੋਕਰੇਟਸ ਬਾਹਰ ਜਾਂਦੇ ਨੇ, ਉਹਨਾਂ ਨੂੰ ਬਹੁਤ ਵੱਡਾ ਆਧਾਰ ਮਿਲਿਆ ਹੈ ਖੁੱਲ੍ਹ ਕੇ ਬੋਲਣ ਦਾ, ਕਿਉਂਕਿ G20 ਨੇ ਉਹਨਾਂ ਨੂੰ ਬਹੁਤ ਵੱਡਾ ਪਲੇਟਫਾਰਮ ਦਿੱਤਾ ਹੈ। ਹੁਣ ਖੁੱਲ੍ਹ ਕੇ ਬੋਲਦੇ ਨੇ ਔਰ ਬੜੇ ਕੌਨਫੀਡੈਂਸ ਨਾਲ ਬੋਲਦੇ ਨੇ, ਕਿਉਂਕਿ ਇੱਕ ਬਹੁਤ ਵੱਡਾ ਈਵੈਂਟ ਹੋਇਆ ਹੈ ਭਾਰਤ ਦੀ ਧਰਤੀ ਦੇ ਉੱਤੇ। ਸੋ ਨਾਲ ਹੀ ਐਸ ਜੈਸ਼ੰਕਰ ਸਾਹਿਬ ਨੇ ਕੈਨੇਡਾ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਇਹ ਮਸਲਾ ਸੁਲਝਾਇਆ ਜਾਣਾ ਚਾਹੀਦਾ ਹੈ, ਕਿਉਂਕਿ ਭਾਰਤ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ। ਉਧਰ ਅਮਰੀਕਾ ਵੀ ਇਸ ਗੱਲ ਦੇ ਵਿੱਚ ਉਲਝਿਆ ਹੋਇਆ ਔਰ ਇੱਕ ਫਰੈਸ਼ ਸਟੇਟਮੈਂਟ ਆਈ ਹੈ ਕਿ ਕੈਨੇਡਾ ਔਰ ਭਾਰਤ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਹੈ, ਇਸ ਦਾ ਅਸਰ ਪੂਰੀ ਦੁਨੀਆ ਉੱਤੇ ਪੈ ਰਿਹਾ ਹੈ, ਜਿਵੇਂ ਯੂਕਰੇਨ ਤੇ ਰਸ਼ੀਆ ਦੀ ਵਾਰ ਦਾ ਅਸਰ ਪੈ ਰਿਹਾ, ਕਿਉਂਕਿ ਇਹ ਘਟਨਾ ਜੋ ਕੈਨੇਡਾ ਤੇ ਭਾਰਤ ਦੇ ਵਿੱਚ ਹੋ ਰਹੀ ਹੈ, ਇਹਦੇ ਜਿਹੜੇ ਰਿਜ਼ਲਟਸ ਨੇ ਇਹ ਬਹੁਤ ਘਾਤਕ ਹੋ ਸਕਦੇ ਨੇ ਪੂਰੀ ਦੁਨੀਆ ਦੇ ਵਾਸਤੇ। ਵੀਜ਼ਾਸ ਤਾਂ ਪਹਿਲਾਂ ਹੀ ਬੈਨ ਨੇ, ਉਸ ਕਰਕੇ ਇਕਨੋਮੀਜ਼ ਦੇ ਉੱਤੇ ਵੀ ਅਸਰ ਪਏਗਾ, ਤੇ ਕਿਤੇ ਨਾ ਕਿਤੇ ਜੇ ਇਹ ਮਸਲਾ ਅੱਗੇ ਵੱਧਦਾ ਹੈ ਤਾਂ ਭਾਰਤ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ 2024 ਦੀਆਂ ਇਲੈਕਸ਼ਨਸ ਨੇ, ਹੋ ਸਕਦਾ ਉਹਨਾਂ ਦੇ ਰਿਜ਼ਲਟਸ ਦੇ ਉੱਤੇ ਵੀ ਇਹਦਾ ਇਫੈਕਟ ਪਵੇ, ਕਿਉਂਕਿ 68,000 ਕਰੋੜ ਰੁਪਈਆ ਭਾਰਤੀਆਂ ਦਾ ਜੋ ਕੈਨੇਡਾ ਦੇ ਵਿੱਚ ਇਨਵੈਸਟ ਹੈ, ਸਿਰਫ ਸਟੂਡੈਂਟਸ ਦਾ, ਉਹ ਇਸ ਵਕਤ ਰਿਸਕ ਤੇ ਹੈ। ਉਸ ਤੋਂ ਇਲਾਵਾ ਮਹਿੰਦਰਾ ਕੰਪਨੀ ਆਪਣਾ ਬਿਜ਼ਨਸ ਸਮੇਟਦੀ ਪਈ ਹੈ, ਹੋਰ ਵੀ ਕੰਪਨੀਆਂ ਜਿਹੜੀਆਂ ਕੰਮ ਕਰਦੀਆਂ ਪਈਆਂ ਕੈਨੇਡਾ ਦੇ ਵਿੱਚ, ਭਾਰਤ ਤੋਂ ਬਿਲੋਂਗ ਕਰਦੀਆਂ ਨੇ, ਉਹ ਵੀ ਆਪਣੇ ਪ੍ਰੋਜੈਕਟਸ ਨੂੰ ਸਲੋ ਡਾਊਨ ਕਰਦੀਆਂ ਪਈਆਂ ਨੇ। ਔਰ ਦੂਜਾ ਜੋ ਕੈਨੇਡਾ ਦੀਆਂ ਕੰਪਨੀਆਂ ਭਾਰਤ ਦੇ ਵਿੱਚ ਐਕਟੀਵੇਟ ਨੇ, ਉਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਇਹਦਾ ਅਸਰ ਪੈ ਰਿਹਾ। ਸੋ ਕੁੱਲ ਮਿਲਾ ਕੇ ਇਕਨੋਮੀ ਵੀ ਹਿਲਦੀ ਪਈ ਆ। ਸੋ ਇਸ ਕਰਕੇ ਇਹ ਮਸਲੇ ਹੱਲ ਹੋਣੇ ਚਾਹੀਦੇ ਨੇ। ਇਹ ਕੁਝ ਭਖਦੇ ਮਸਲੇ ਨੇ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਵੱਲ, ਆਪਣੇ ਪੰਜਾਬ ਦੇ ਮਸਲਿਆਂ ਵੱਲ। ਆਫ ਕੋਰਸ ਇਹਦੇ ਵਿੱਚ ਵਰਲਡ ਦੇ ਮਸਲੇ ਵੀ ਆਪਾਂ ਡਿਸਕਸ ਕਰਾਂਗੇ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਅੰਤਰਰਾਸ਼ਟਰੀ ਮਸਲਿਆਂ ਦੀ ਗੱਲ ਕੀਤੀ ਹੈ, ਜਿਹੜੇ ਇਸ ਵੇਲੇ ਮਸਲੇ ਬਿਲਕੁਲ ਪੱਕੇ ਹੋਏ ਨੇ, ਔਰ ਦੂਜਾ ਜਿਹੜਾ ਸਾਡਾ ਪੜਾਅ ਹੈਗਾ ਉਹਦੇ ਵਿੱਚ ਪੰਜਾਬ ਵੀ ਹੈ ਔਰ ਇੰਡੀਆ ਵੀ ਹੈ, ਔਰ ਇਹਦੇ ਵਿੱਚ ਵੀ ਜਿਹੜੇ ਮਸਲੇ ਖਾਸ ਤੌਰ 'ਤੇ ਸਾਡੇ ਨਾਗਰਿਕ, ਸਾਡੇ ਇੱਥੋਂ ਦੇ ਬਸ਼ਿੰਦੇ ਫੇਸ ਕਰ ਰਹੇ ਨੇ, ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਅਤੇ ਮੇਰਾ ਖਿਆਲ ਹੈ ਕਿ ਤੁਸੀਂ ਕੋਈ ਐਸਾ ਮਸਲਾ ਲਓ ਜਿਹੜਾ ਇਸ ਵੇਲੇ ਪੂਰਾ ਭਖਿਆ ਹੋਇਆ ਔਰ ਉਹਦੀਆਂ ਨਜ਼ਰਾਂ ਸਾਡੇ ਸਾਰੇ ਦਰਸ਼ਕਾਂ ਦੀਆਂ ਉਹਦੇ 'ਤੇ ਜੁੜੀਆਂ ਲੱਗੀਆਂ ਹੋਈਆਂ ਨੇ। ਜਦੋਂ ਤੁਸੀਂ ਕਿਹਾ ਨਾ ਕਿ ਅਸੀਂ ਆਪਣੇ ਭਾਰਤ ਇੰਡੀਆ ਦੀ ਗੱਲ ਕਰਾਂਗੇ, ਤਾਂ ਮੈਂ ਕਹਿਣ ਲੱਗਾ ਸੀ ਇੰਡੀਆ ਦੈਟ ਇਜ਼ ਭਾਰਤ, ਜੋ ਸਾਡਾ ਸਾਡੇ ਮੂੰਹ 'ਤੇ ਤਾਂ ਇੰਡੀਆ ਚੜ੍ਹਿਆ ਹੋਇਆ। ਔਰ ਇਹਦੇ ਵਿੱਚ ਨਵੀਂ ਗੱਲ ਕਰ ਦਿੱਤੀ ਆ, ਕਿਉਂਕਿ ਬਾਹਰਲੇ ਦੇਸ਼ਾਂ ਦੇ ਜਿੰਨੇ ਵਸਨੀਕ ਨੇ ਉਹ ਇੰਡੀਆ ਇੰਡੀਆ ਹੀ ਕਹਿੰਦੇ ਆ, ਔਰ ਜਿੰਨੇ ਡਿਪਲੋਮੈਟ ਨੇ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ 'ਚ ਇੰਡੀਆ ਲਿਖਿਆ ਪਿਆ। ਔਰ ਇੰਡੀਆ ਨਾ ਬ੍ਰਿਟਿਸ਼ਰਸ ਨੇ ਨਹੀਂ ਦਿੱਤਾ, ਇੰਡੀਆ ਬਹੁਤ ਪੁਰਾਣਾ ਨਾਂ ਹੈ, ਬਹੁਤ ਸਿਕੰਦਰ ਵੇਲੇ ਦੇ ਨਾਮ ਨੇ। ਇੰਡਸ ਵੈਲੀ ਜਿਹੜੀ ਹੈ, ਇੰਡਸ ਰਿਵਰ, ਕਿਉਂਕਿ ਇਹ ਲੈਂਗੁਏਜ ਆ ਕਿ ਜਿਹੜੇ ਬਾਹਰੋਂ ਧਾੜਵੀ ਆਏ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਜਿੱਦਾਂ ਪ੍ਰੋਨਾਉਂਸ ਕੀਤਾ ਸਿੰਧੂ ਘਾਟੀ ਨੂੰ, ਹਿੰਦੂ, ਇੰਡਸ, ਜਿੱਦਾਂ ਵੀ ਉਹਨਾਂ ਨੇ ਪ੍ਰੋਨਾਉਂਸ ਕੀਤਾ, ਇਹ ਕੁਝ ਵਰਡਸ ਦੀਆਂ ਕਰਪਟਡ ਫਾਰਮਸ ਨੇ ਜਿਹਦੇ ਵਿੱਚ ਆਪਾਂ ਉਲਝੇ ਹੋਏ ਹਾਂ।
ਜੇ ਆਪਾਂ ਇਹਦੀ ਡਿਟੇਲ 'ਚ ਜਾਈਏ ਤਾਂ ਸਾਨੂੰ ਪਤਾ ਲੱਗੇਗਾ ਇੰਡੀਆ ਸ਼ਬਦ ਅੰਗਰੇਜ਼ਾਂ ਨੇ ਨਹੀਂ ਦਿੱਤਾ ਹੋਇਆ, ਬਹੁਤ ਸਾਰੇ ਪੁਰਾਣੇ ਜਿਹੜੇ ਧਾੜਵੀ ਆਏ ਨੇ ਉਹਨਾਂ ਨੇ ਇਸ ਚੀਜ਼ ਨੂੰ ਡਿਵੈਲਪ ਕੀਤਾ ਹੈ। ਹਰ ਚੀਜ਼ ਦਾ, ਹਰ ਸ਼ਹਿਰ ਦਾ ਜਿਹੜਾ ਪਿਛੋਕੜ ਹੁੰਦਾ ਉਹਦੇ ਨਾਂ ਤੇ ਜਿਹੜਾ ਪਾਇਆ ਹੁੰਦਾ। ਜਿਸ ਤਰ੍ਹਾਂ ਗੜਗਾਵਾਂ ਹੈਗਾ, ਉਹਦਾ ਗੁਰੂਗ੍ਰਾਮ ਬਦਲ ਦਿੱਤਾ ਉਹਨਾਂ ਨੇ। ਆਪਾਂ ਕਹੀਏ ਰੋਪੜ ਦਾ ਨਾਂ ਜਿਹੜਾ ਹੈ, ਰੋਪੜ ਪੁਰਾਣੇ ਪੁਰਾਤੱਤਵ ਵਿਭਾਗ ਆਰਕੀਓਲੋਜੀ ਡਿਪਾਰਟਮੈਂਟ ਤੋਂ ਕੱਢ ਕੇ ਪੜ੍ਹੋ, ਗਜ਼ਟ ਤੋਂ ਪੜ੍ਹੋ, ਇਹਦਾ ਨਾਂ ਪੁਰਾਣਾ ਜਿਹੜਾ ਹੈਗਾ ਉਹ ਸਿੰਧੂ ਘਾਟੀ ਦੇ ਨਾਲ ਮੋਹਨਜੋਦੜੋ ਹੜੱਪਾ ਨਾਲ ਜੁੜਦਾ ਹੈਗਾ। ਉਹਦਾ ਜੋ ਕੁਝ ਸਮਾਨ ਨਿਕਲਿਆ ਅਜੇ ਪਿਆ ਮਿਊਜ਼ੀਅਮ 'ਚ, ਉਹੀ ਹੈ। ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਗੈਰ ਖੋਜ ਦੇ ਅਸੀਂ ਨਾਂ ਬਦਲਣੇ ਸ਼ੁਰੂ ਕਰ ਦਿੰਦੇ ਹਾਂ, ਪਿਛੋਕੜ ਵੱਲ ਨਹੀਂ ਜਾਂਦੇ। ਜਿਸ ਤਰ੍ਹਾਂ ਜਲ੍ਹਿਆਂਵਾਲੇ ਬਾਗ ਦੀ ਜਿਹੜੀ ਪੁਰਾਣਾ ਉਹਨਾਂ ਦਾ ਇਤਿਹਾਸ ਸੀਗਾ ਜਾਂ ਉਹਦੀ ਦਿੱਖ ਸੀਗਾ, ਉਹਨੂੰ ਕਿਸ ਤਰ੍ਹਾਂ ਤੋੜ ਭੰਨ ਕਰਕੇ ਲਾ ਦਿੱਤਾ। ਇਸ ਤਰ੍ਹਾਂ ਦੀਆਂ ਜਿਹੜੀ ਪੁਰਾਣੀਆਂ ਡਿਓੜੀਆਂ ਹੈਗੀਆਂ, ਜਿਹੜੀ ਪੁਰਾਣੇ ਬਗੀਚੇ ਉਹਨਾਂ ਨੂੰ ਤੋੜ ਰਹੇ ਹਾਂ ਅਸੀਂ। ਨਾਨਕਸ਼ਾਹੀ ਇੱਟਾਂ ਨੂੰ ਜਿਹੜੀਆਂ ਹੈਗੀਆਂ ਅਸੀਂ ਹਵੇਲੀਆਂ ਬਣਾ ਰਹੇ ਹਾਂ ਦੂਜੇ ਪਾਸੇ ਪੈਸਾ ਇਕੱਠਾ ਕਰਨ ਲਈ। ਜਿੱਥੇ ਚੀਜ਼ਾਂ ਬਣੀਆਂ, ਇੰਡੀਆ ਦੀ ਇੱਕ ਸਿਰਫ ਇਹ ਰਹੀ ਆ, ਆਪਾਂ ਇੰਡੀਆ ਦੁਆਰਾ ਕਹਿੰਦੇ, ਇੰਡੀਆ ਦੀ ਇੱਕ ਸੋਚ ਰਹੀ ਆ ਕਿ ਅਸੀਂ ਤੋੜ ਭੰਨ ਕਰਨੀ ਆ, ਅਸੀਂ ਕੁਹਾੜੀ 'ਤੇ ਆਪਣਾ ਹੀ ਪੈਰ ਮਾਰਨਾ। ਇਸੇ ਕਰਕੇ ਕਿ ਪੈਰ ਵੱਢਿਆ ਜਾਊਗਾ ਤਾਂ ਕੁਹਾੜੀ ਦਾ ਕੁਝ ਨਹੀਂ ਜਾਣਾ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ ਪਿੱਛੇ ਆਉਣ ਵਾਲਾ ਜਿਹੜਾ ਜਨਰੇਸ਼ਨ ਆ, ਜਿਹੜੀ ਸਾਡੀ ਪੁਰਾਣੀ ਲੋਕ ਨੇ ਤੇ ਦੂਸਰੀ ਜਨਰੇਸ਼ਨ ਕਮੇਗਾ, ਉਹਨੂੰ ਕੀ ਪਤਾ ਲੱਗੂ ਕਿ ਇੰਡੀਆ ਕੀ ਹੈ, ਉਹਦਾ ਇਤਿਹਾਸ ਕੀ ਸੀਗਾ, ਹੈ ਨਾ, ਮੋਹਨਜੋਦੜੋ ਹੜੱਪਾ ਕੀ ਸੀਗਾ, ਉਹਦੇ ਵਿੱਚ ਲੋਕਾਂ ਦਾ ਜਿਹੜਾ ਜੀਵਨ ਕੀ ਸੀਗਾ, ਹੈ ਨਾ, ਉਹ ਸਾਰਾ ਕੁਝ ਅਸੀਂ ਛੁਪਾ ਲਿਆ। ਇਸੇ ਕਰਕੇ ਕਿ ਲੋਕਾਂ ਨੂੰ ਪਤਾ ਨਾ ਲੱਗੇ, ਇਤਿਹਾਸ ਬਿਲਕੁਲ ਖਤਮ ਹੋ ਜੇ। ਔਰ ਨਵਾਂ ਸਾਡੇ ਕੋਲ ਕੁਛ ਹੈ ਨਹੀਂ, ਮਾਡਰਨ ਟੈਕਨੋਲੋਜੀ ਸਾਡੇ ਕੋਲ ਇੰਨੀ ਨਹੀਂ ਜੋ ਬਾਹਰਲੇ ਦੇਸ਼ਾਂ ਕੋਲ ਪਈ ਹੈ। ਅਸੀਂ ਸਿਰਫ ਰੀਸ ਕਰਦੇ ਹਾਂ, ਉਹਨਾਂ ਵਰਗੇ ਪੈਰ ਪਸਾਰ ਲੈਂਦੇ ਹਾਂ, ਪਰ ਹੁੰਦਾ ਕੁਛ ਨਹੀਂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਹਰ ਚੀਜ਼ ਦਾ ਕੋਈ ਇਤਿਹਾਸ ਹੈ ਜੀ। ਔਰ ਉਸੇ ਤਰ੍ਹਾਂ ਕੁਝ ਸਕਾਲਰਸ ਕਹਿੰਦੇ ਨੇ ਸਿੰਧੂ ਘਾਟੀ ਤੋਂ, ਸਿੰਧੂ ਤੋਂ ਸ਼ਬਦ ਹਿੰਦੂ ਡਿਵੈਲਪ ਹੁੰਦਾ ਹੈ, ਕਿਉਂਕਿ ਕੁਝ ਹੋਰ ਧਾੜਵੀ ਆਉਂਦੇ ਨੇ, ਉਹ ਕੋਈ ਹੋਰ ਲੈਂਗੁਏਜ ਦੇ ਵਿੱਚ ਸਿੰਧੂ ਨੂੰ ਹਿੰਦੂ ਬੋਲਦੇ ਨੇ ਕਿਉਂਕਿ ਉਹਨਾਂ ਦੀ ਆਪਣੀ ਸ਼ਬਦਾਵਲੀ, ਬਿਲਕੁਲ ਉਹ ਸ਼ਬਦਾਵਲੀ ਇਸਤੇਮਾਲ ਹੁੰਦੀ। ਸੋ ਇਹ ਸਾਰੀਆਂ ਡਿਬੇਟ ਦੀਆਂ ਗੱਲਾਂ ਨੇ। 12ਵੀਂ ਸਦੀ ਵਿੱਚ ਮੁਸਲਮਾਨ ਆਏ, ਮੁਗਲ ਆਏ, ਪਠਾਨ ਆਇਆ, ਉਦੋਂ ਇਹਦਾ ਨਾਂ ਹਿੰਦੁਸਤਾਨ ਬਣਿਆ ਸੀਗਾ। ਉਹਨੂੰ ਇਹਨਾਂ ਨੇ ਚੇਂਜ ਨਹੀਂ ਕੀਤਾ, ਇਹਨਾਂ ਨੂੰ ਪਤਾ ਹੀ ਨਹੀਂਗਾ। ਹਿੰਦੁਸਤਾਨ ਬਹੁਤ ਲੋਕ ਘੱਟ ਕਹਿੰਦੇ ਆ। ਇਹ ਫਾਰਸੀ ਤੇ ਉਰਦੂ ਦਾ ਲਫ਼ਜ਼ ਹੈਗਾ। ਜਿਸ ਤਰ੍ਹਾਂ ਪੰਜਾਬ ਹੈ, ਆਬ ਮੀਨਸ ਪਾਣੀ ਹੈਗਾ, ਪੰਜ ਦਰਿਆ ਹੈਗਾ, ਸਿੱਧੇ ਦਾ ਸਿੱਧੇ ਹੈਗਾ। ਕੱਲ੍ਹ ਨੂੰ ਜੇ ਬਦਲ ਦੇਣਗੇ ਤਾਂ ਕੀ ਬਾਜੂਗੇ ਨਾ ਕੋਈ ਪੰਜਾਬ ਦਾ ਨਾਂ ਹੀ ਜੇ ਕੱਲ੍ਹ ਨੂੰ ਬਦਲਣਗੇ ਤਾਂ ਇਤਿਹਾਸ ਤਾਂ ਕਿਸੇ ਨੇ ਪੜ੍ਹਿਆ ਨਹੀਂ। ਪੰਜਾਬ ਨੂੰ ਹੀ ਪੁਰਾਣੇ ਵਕਤਾਂ ਦੇ ਵਿੱਚ ਸਪਤ ਸਿੰਧੂ ਕਹਿੰਦੇ ਸੀ, ਉਦੋਂ 7 ਦਰਿਆ ਸੀਗੇ। ਉਹ ਜਿਹਨੂੰ ਆਪਾਂ ਕਹਿੰਦੇ ਆ 7 ਨਦੀਆਂ ਸੀਗੀਆਂ। ਯੈਸ, ਉਹਨੂੰ ਸਪਤ ਸਿੰਧੂ ਕਹਿੰਦੇ ਸੀ। ਉਹੀ ਸਿੰਧੂ ਘਾਟੀ ਦੀ ਸਭਿਅਤਾ ਹੈ। ਬਿਲਕੁਲ ਬਿਲਕੁਲ, ਠੀਕ ਹੈ ਨਾ। ਉਹ ਇੰਦਸ ਰਿਵਰ ਜੋ ਵੀ ਹੈ, ਕੋਈ ਹਿੰਦੂ ਕੁਸ਼ ਪਹਾੜ ਦੀ ਗੱਲ ਕਰਦਾ ਹੈ। ਮਤਲਬ ਇਹ ਹੈ ਕਿ ਇਹ ਰਿਸਰਚ ਦਾ ਵਿਸ਼ਾ ਹੈ ਔਰ ਇਹਦੇ ਉੱਤੇ ਉਲਝਣ ਨਹੀਂ ਪਾਣੀ ਚਾਹੀਦੀ। ਜੀ ਬੰਦੇ ਬੈਠੇ ਆ ਨਾ, ਉਹਨਾਂ ਕੋਲ ਨਹੀਂ ਇਹਨਾਂ ਗੱਲ ਕਰਨੀ। ਜਿਹੜੇ ਉੱਥੇ ਮੰਤਰੀ ਬੈਠੇ ਉਹੀ ਗੱਲ ਕਰ ਦਿੰਦੇ। ਉਹ ਅੱਜ ਦੇ ਮੁੰਡੇ ਨੇ, ਮੁੰਡਿਆਂ ਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਕੀ ਪਿਛੋਕੜ ਆ। ਬਿਲਕੁਲ ਅੰਮ੍ਰਿਤਸਰ ਸਾਹਿਬ ਦਾ ਜੇ ਅਸੀਂ ਇਤਿਹਾਸ ਜਾਣੀਏ ਤਾਂ ਕਿੰਨਾ ਲੰਬਾ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਰਾਮ ਬਾਗ ਹੈ, ਉੱਥੇ ਉਹਨਾਂ ਦੇ ਬਣਾਏ ਸਾਰੇ ਹੈਗੇ। ਲਾਹੌਰ ਦਾ ਵੀ ਰਾਜਧਾਨੀ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ। ਜੇ ਅੱਜ ਲਾਹੌਰ ਦਾ ਨਾਂ ਕੁਝ ਬਦਲ ਦੇਣਗੇ ਤਾਂ ਕੀ ਪਤਾ ਲੱਗੂਗਾ। ਉਹ ਚੜ੍ਹਦਾ, ਉਹ ਲਹਿੰਦਾ ਪੰਜਾਬ ਹੈ, ਅਸੀਂ ਚੜ੍ਹਦਾ ਪੰਜਾਬ ਹੈ। 2 ਪੰਜਾਬ ਡਿਵਾਈਡ ਹੈ ਹੋ ਕੇ ਜਿਹੜੇ ਹੈਗਾ। ਇਹ ਪੰਜਾਬ ਫਿਰ ਡਿਵਾਈਡ ਹੋ ਗਿਆ 3 ਸੂਬਿਆਂ ਵਿੱਚ, ਹਿਮਾਚਲ, ਹਰਿਆਣਾ ਨਿਕਲ ਗਿਆ ਇਹਦੇ ਵਿੱਚੋਂ ਹੀ, ਹੈ ਨਾ। ਇਸ ਤਰ੍ਹਾਂ ਹੀ ਬਾਕੀ ਅਸੀਂ ਸੂਬੇ ਵੀ ਤੋੜੇ ਆ। ਅਸੀਂ ਸੂਬਿਆਂ ਨੂੰ ਵੀ ਇਸ ਤਰ੍ਹਾਂ, ਜਦੋਂ ਪ੍ਰਤਾਪ ਸਿੰਘ ਕੈਰੋਂ ਸੀਗਾ ਉਦੋਂ ਅਨਡਿਵਾਈਡਡ ਪੰਜਾਬ ਸੀਗਾ, ਲੰਬਾ ਚੌੜਾ ਪੰਜਾਬ ਸੀਗਾ। ਫਿਰ ਪੰਜਾਬੀ ਸੂਬੇ ਦੀ ਗੱਲ ਕਰ ਦਿੱਤੀ। ਇਹਨਾਂ ਨੇ ਆਪਾਂ ਗੱਲ ਕੀਤੀ ਵੀ ਚਿੜੀ ਦੇ ਪਹੁੰਚੇ ਜਿਹੜਾ ਛੋਟਾ ਜਿਹਾ ਪੰਜਾਬ ਬਣਾ ਦੇਣਾ। ਇਹਨਾਂ ਨੂੰ ਵੰਡ 'ਚ ਪਤਾ ਨਹੀਂ ਕੀ ਲੱਭਦਾ ਹੈਗਾ। ਔਰ ਵੰਡ ਦੇ ਵਿੱਚ ਜਿਹੜੇ ਜਦੋਂ ਅਸੀਂ ਵੱਖਰੇ ਨਿਖੜ ਜਾਵਾਂਗੇ, ਯੂਨਿਟੀ ਨਹੀਂ ਰਹੂਗੀ। ਅਸੀਂ ਦੂਜਾ ਸੂਬਾ ਹੈ, ਚੌਥਾ ਸੂਬਾ, ਫਿਰ ਸਾਡੇ ਵਿੱਚ ਕੋਈ ਖੁਸ਼ਹਾਲੀ ਨਹੀਂ ਆਊ। ਇਸੇ ਕਰਕੇ ਅਸੀਂ ਗਰੀਬੀ ਵੱਲ ਨੂੰ ਲੱਤਾਂ ਪਸਾਰ ਰਹੇ ਹਾਂ ਤੇ ਖੁਸ਼ਹਾਲੀ ਸਾਡੇ ਨਿਕਲ ਰਹੀ ਹੈ। ਬਿਲਕੁਲ ਜੀ, ਉਹੀ ਕਹਿੰਦੇ ਨੇ ਕਿ ਜਿਹੜੇ ਸਿਆਣੇ ਨੇ, ਬਜ਼ੁਰਗ ਨੇ, ਪੜ੍ਹੇ ਲਿਖੇ ਨੇ, ਸਕਾਲਰਸ ਨੇ, ਉਹ ਹਮੇਸ਼ਾ ਜੋੜਨ ਦੀ ਗੱਲ ਕਰਦੇ ਨੇ, ਪਰ ਜਿਹੜੀ ਸੌੜੀ ਸਿਆਸਤ ਹੈ ਉਹ ਤੋੜਨ ਦੀ ਗੱਲ ਕਰਦੀ ਹੈ। ਔਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ, ਡਾਕਟਰ ਭੀਮ ਰਾਓ ਅੰਬੇਦਕਰ, ਉਹ ਬਹੁਤ ਪੜ੍ਹੇ ਲਿਖੇ ਐਜੂਕੇਟਿਡ ਸਕਾਲਰ ਨੇ। ਇਸ ਕਰਕੇ ਉਹ ਲਿਖਦੇ ਨੇ ਇੰਡੀਆ ਦੈਟ ਇਜ਼ ਭਾਰਤ, ਵੀ ਆਰ ਦ ਪ੍ਰੈਂਬਲ, ਵੀ ਦ ਪੀਪਲ ਆਫ ਇੰਡੀਆ, ਇੰਡੀਆ ਦੈਟ ਇਜ਼ ਭਾਰਤ, ਇੰਡੀਆ ਅਰਥਾਤ ਭਾਰਤ। ਸੋ ਆਪਾਂ ਹੁਣ ਅੱਗੇ ਵਧਦੇ ਹਾਂ। ਜੋ ਕੈਨੇਡਾ ਦਾ ਮਸਲਾ ਖੜਾ ਹੋਇਆ ਹੈ, ਕੈਨੇਡਾ ਦੇ ਮਸਲੇ ਦੇ ਵਿੱਚ ਗੱਲ ਇਹ ਹੋ ਰਹੀ ਹੈ ਕਿ ਦੀ ਵਾਸ਼ਿੰਗਟਨ ਪੋਸਟ ਜੋ ਅਮਰੀਕਾ ਤੋਂ ਪਬਲਿਸ਼ ਹੁੰਦਾ ਹੈ, ਉਹਦੇ ਵਿੱਚ ਕੁਝ ਛਪਿਆ ਹੈ ਇਸ ਬਾਰੇ ਕਿ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂ, ਇਹ ਜਿਹੜੀ ਵੈੱਬਸਾਈਟ ਆ ਜਿਹਦੇ 'ਤੇ ਆਈ ਹੈ ਸਾਰੀ ਰਿਪੋਰਟ, ਇਹ 90 ਸੈਕਿੰਡ ਦੀ ਵੀਡੀਓ ਹੈਗੀ ਆ, ਜਿਹਦੇ ਵਿੱਚ ਬਾਕਾਇਦਾ ਤੌਰ 'ਤੇ ਦਿਖਾਇਆ ਗਿਆ ਕਿ ਵੈਨਕੂਵਰ ਦੇ ਅਰਾਊਂਡ ਬ੍ਰਿਟਿਸ਼ ਕੋਲੰਬੀਆ 'ਚ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦਾ ਦੇਹਾਤ ਹੋਇਆ ਗੋਲੀਆਂ ਨਾਲ, ਉਹਦੀ ਪੂਰੀ ਰਿਪੋਰਟ ਦਿਖਾਈ ਗਈ ਆ। ਉਹਦੇ ਵਿੱਚ ਜਦੋਂ ਗੱਡੀਆਂ ਕਿਸ ਤਰ੍ਹਾਂ ਆਈਆਂ, ਟਰੱਕ ਉਹਨਾਂ ਦੇ ਕੋਲ, ਟਰੱਕ ਚਲਾ ਰਿਹਾ, 2 ਗੱਡੀਆਂ ਆ ਕੇ ਆ ਜਾਂਦੀਆਂ, ਔਰ ਉਹਦੇ ਵਿੱਚ
6 ਜਾਣੇ ਜਿਹੜੇ ਹੈਗੇ ਉਤਰੇ ਆ, ਉਹਨਾਂ ਨੇ ਗੋਲੀਆਂ ਦੀ ਬੁਛਾਰ ਕੀਤੀ, 28 ਗੋਲੀਆਂ ਲੱਗੀਆਂ, ਬਾਕਾਇਦਾ ਤੌਰ ਤੇ ਹੋਇਆ। ਔਰ CCTV ਕੈਮਰੇ ਉਹਦੇ 'ਚ ਹੈਗੇ। ਔਰ ਟਰੂਡੋ ਜੀ ਨੇ ਇਹੀ ਗੱਲ ਕੀਤੀ ਸੀ ਕਿ ਸਾਡੇ ਕੋਲ ਰਿਪੋਰਟ ਆ ਪਹੁੰਚੀ ਹੈ, ਔਰ ਅਮਰੀਕਨ ਏਜੰਸੀ ਜਿਹੜੀ ਹੈਗੀ ਆ ਉਹਨਾਂ ਨੇ ਰਿਪੋਰਟ ਸਾਨੂੰ ਭੇਜ ਦਿੱਤੀ ਹੈ। ਅਸੀਂ ਉਹ ਦੇਖੀ, ਵਿੱਚ ਆਸਟ੍ਰੇਲੀਆ ਨੇ ਵੀ ਉਹਦੇ 'ਚ ਇਨਕਸ਼ਾਫ ਕੀਤਾ ਹੈਗਾ। ਅਸੀਂ ਇਹਦੇ ਵਿੱਚ ਹਮਾਇਤ ਮੰਗਦੇ ਹਾਂ, ਸਹਿਯੋਗ ਮੰਗਦੇ ਹਾਂ ਇੰਡੀਆ ਦਾ। ਉਹਨਾਂ ਨੂੰ ਚਾਹੀਦਾ ਕਿ ਉਹ ਸਾਡੇ ਨਾਲ ਤਾਲੁਕਾਤ ਪੈਦਾ ਕਰਨ। ਔਰ ਉਹਦੇ ਵਿੱਚ ਇਹਨਾਂ ਨੇ ਫੋਰਨ ਮਿਨਿਸਟਰ ਜੈ ਸ਼ੰਕਰ ਜੀ ਨੂੰ ਵੀ ਕਹਿਤਾ ਕਿ ਸਾਡੇ ਨਾਲ ਕੋਈ ਤੁਹਾਡੀ ਵਿਦੇਸ਼ ਨੀਤੀ ਦੇ ਬਾਰੇ ਗੱਲ ਕਰੋ, ਅਸੀਂ ਤੁਹਾਨੂੰ ਸਾਰੇ ਸਬੂਤ ਪੇਸ਼ ਕਰ ਦੇਵਾਂਗੇ। ਜਦੋਂ ਕਿ ਇਹਨਾਂ ਨੇ ਉਹਨਾਂ ਦੀ ਗੱਲ ਤੇ ਬਿਲਕੁਲ ਪਾਣੀ ਫੇਰ ਦਿੱਤਾ, ਕੁਝ ਨਹੀਂ ਕੀਤਾ। ਉਹਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਸਿਰਫ ਸਾਡੇ ਜਿਹੜੇ ਸਿਟੀਜ਼ਨ ਨੇ ਜਿਹੜੇ ਬੈਠੇ ਨੇ ਕੈਨੇਡਾ, ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ। ਉਹ ਕੰਮ ਵੀ ਇਹਨਾਂ ਨੇ ਗਲਤ ਕੀਤਾ। ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਕਰਨੇ ਸੀ, ਆ ਕੇ ਰੈਸਟੋਰੈਂਟ, ਮੈਰਿਜ ਪੈਲੇਸਿਸ ਸਾਰੇ ਬੁੱਕ ਸੀਗੇ, ਕਾਰਡ ਵੰਡੇ ਗਏ ਸੀ ਰਿਸ਼ਤੇਦਾਰਾਂ 'ਚ। ਔਰ ਇਹ ਬੱਚਿਆਂ ਦਾ ਭਵਿੱਖ ਦੀ ਗੱਲ ਸੀ, ਉਹਨਾਂ ਦੇ ਕੈਰੀਅਰ ਦੀ ਗੱਲ ਕਰਨੀ ਸੀ, ਉਹਨਾਂ ਨੇ ਆ ਕੇ ਉਹ ਬੰਦ ਕਰ ਦਿੱਤਾ। ਔਰ ਉਹਦੇ ਵਿੱਚ ਡਿਪਲੋਮੈਟ ਜਿੰਨੇ ਸੀਗੇ ਉਹ ਵੀ ਕੱਢ ਕੇ ਬਾਹਰ ਮਾਰੇ ਉਹਨਾਂ ਦੇ, ਤੇ ਉਹਨਾਂ ਨੇ ਇਹਨਾਂ ਦੇ ਕੱਢ ਦਿੱਤੇ। ਔਰ ਇਹਨਾਂ ਨੇ ਇੱਕ ਵੱਡਾ ਤਣਾਅ ਟਾਕਰਾ ਉਸ ਕੰਟਰੀ ਨਾਲ ਲੈ ਲਿਆ ਜਿਹਦਾ ਟਰਨਓਵਰ ਇੰਨਾ ਵੱਡਾ ਹੈਗਾ। ਉਹ ਪੌਣੇ 4 ਕਰੋੜ ਦੀ ਆਬਾਦੀ ਵਾਲੇ, ਅਸੀਂ 147 ਕਰੋੜ ਦੀ ਆਬਾਦੀ ਵਾਲੇ ਹਾਂ। ਸਾਡਾ ਟਰਨ ਆਊਟ 2000 ਅਰਬ ਡਾਲਰ ਹੈ, ਉਹਨਾਂ ਦਾ 60,000 ਬਿਲੀਅਨ ਡਾਲਰ ਉਹਨਾਂ ਦੇ ਕੋਲ ਟਰਨ ਆਊਟ। ਔਰ ਪਿਊਸ਼ ਗੋਇਲ ਜੀ ਨੇ ਕਿਹਾ ਸੀ ਕਿ ਵੀ ਵਾਂਟ ਮੇਕ ਟ੍ਰੇਡ ਐਂਡ ਮੋਰ ਇਨਵੈਸਟਮੈਂਟ ਵਿਦ ਕੈਨੇਡਾ। ਔਰ ਇਹ ਹੁਣ ਇਨਵੈਸਟਮੈਂਟ ਕਾਹਦੀ ਹੋਗੀ, ਕਿਉਂਕਿ ਚੀਜ਼ਾਂ ਜਿਹੜੀਆਂ ਫਿਰ ਜਿਹੜੀਆਂ ਹੈਗੀਆਂ ਕੈਨੇਡਾ ਤੋਂ ਇੱਥੇ ਇੰਡੀਆ 'ਚ ਆਉਣਗੀਆਂ, ਜਿਹੜੀਆਂ ਚੀਜ਼ਾਂ ਦੀ ਆਯਾਤ ਨਿਰਯਾਤ ਹੁੰਦਾ ਸੀਗਾ। ਔਰ ਦੂਜਾ ਗੱਲ ਇਹ ਹੈਗੀ ਕਿ ਇਹਨਾਂ ਨੇ ਜੋ ਉਹਨਾਂ ਨਾਲ ਇਹ ਅੜਿੱਕਾ ਪਾ ਲਿਆ, ਉਹਦੇ ਵਿੱਚ ਸਿਰਫ ਇਹਨਾਂ ਦੇ ਤਾਲੁਕਾਤ ਕੈਨੇਡਾ ਨਾਲ ਨਹੀਂ ਵਿਗੜਨਗੇ, ਬਾਕੀ ਕੰਟਰੀਆਂ ਨਾਲ ਵੀ ਵਿਗੜ ਸਕਦੇ ਆ, ਜਿਸ 'ਚ ਯੂਰਪੀਅਨ ਯੂਨੀਅਨ ਹੈਗੀ ਆ, ਜਿਹਦੇ 'ਚ 5 ਵਾਲੇ ਕੰਟਰੀ ਨੇ। ਬ੍ਰਿਟੇਨ ਉਹਦੇ 'ਚ ਹੈਗਾ, ਆਸਟ੍ਰੇਲੀਆ ਉਹਦੇ 'ਚ ਹੈਗਾ, ਅਮਰੀਕਾ ਉਹਦੇ 'ਚ ਹੈਗਾ, ਨਿਊਜ਼ੀਲੈਂਡ ਉਹਦੇ 'ਚ ਹੈਗਾ। ਇਹ ਸਾਰੇ 5 ਕੰਟਰੀ ਜਿਹੜੇ ਉਹਦੇ 'ਚ ਇਨਵੋਲਵ ਆ। ਔਰ ਇਹ ਸਾਰੇ ਦੇਸ਼ਾਂ ਨਾਲ ਜਾਣ ਬੁੱਝ ਕੇ ਹੀ ਦੁਸ਼ਮਣੀ ਪੈਦਾ ਕਰ ਰਿਹਾ। ਜਦੋਂ ਕਿ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ, ਸਾਡੇ ਬਜ਼ੁਰਗ ਉੱਥੇ ਪਾਰਕਾਂ 'ਚ ਬੈਠੇ ਆ, ਤਾਸ਼ਾਂ ਖੇਡਦੇ ਆ, ਮੌਜਾਂ ਕਰ ਰਹੇ ਆ, ਔਰ ਉੱਥੇ ਕਮਾਈ ਕਰ ਰਹੇ ਆ। ਔਰ ਇੰਨਾ ਪੈਸਾ ਸਾਡੇ ਕੋਲ ਆਇਆ, ਜੇ ਅਸੀਂ ਇਨਵੈਸਟਮੈਂਟ ਕੀਤੀ ਬੱਚੇ ਭੇਜਣ ਦੀ, ਸਾਨੂੰ ਵੀ ਡਾਲਰ ਆ ਰਹੇ ਇੱਥੇ ਪੰਜਾਬ 'ਚ ਹਰੀ ਕ੍ਰਾਂਤੀ ਆਉਣ ਦਾ ਸਭ ਤੋਂ ਵੱਡਾ ਇਹੀ ਫੈਕਟ ਸੀਗਾ ਕਿ ਸਾਡੇ ਕੋਲ ਬਾਹਰਲੇ ਪੈਸਾ ਆਇਆ, ਅਸੀਂ ਉਹ ਇਨਵੈਸਟ ਕੀਤਾ ਤੇ ਸਾਡੀ ਖੇਤੀਬਾੜੀ ਉੱਭਰ ਕੇ ਸਾਹਮਣੇ ਆਈ। ਔਰ ਇਹਨਾਂ ਚੀਜ਼ਾਂ ਨੂੰ ਸ਼ਾਇਦ ਨਾ ਕਿਸੇ ਖੇਤੀ ਮਾਹਰ ਨਾਲ ਗੱਲ ਕੀਤੀ ਆ, ਨਾ ਕਿਸੇ ਲੀਗਲ ਐਡਵਾਈਜ਼ਰ ਨਾਲ ਗੱਲ ਕੀਤੀ ਆ। ਇਹ ਸਾਰੇ ਡਿਸੀਜਨ ਆਪਣੇ ਕੋਲੋਂ ਉੱਥੇ ਲਏ ਆ, ਜਦੋਂ ਕਿ ਇਹ ਡਿਸੀਜਨ ਜਿਹੜੇ ਆ ਬਿਲਕੁਲ ਗਲਤ ਸਾਬਤ ਹੋਣਗੇ ਆਉਣ ਵਾਲੇ ਸਮੇਂ ਵਿੱਚ। ਜੇ ਆਉਣ ਵਾਲੇ ਸਮੇਂ 'ਚ ਅੰਬੈਸੀ ਨੇ ਆਪਣਾ ਪੱਲਾ ਖਿੱਚ ਲਿਆ ਇਹਨਾਂ ਨੂੰ ਜਿਹੜਾ ਵੀਜ਼ਾ ਦੇਣ ਦਾ, ਔਰ ਇਹਨਾਂ ਨੂੰ ਜਿਹੜੀ ਪੰਜਾਬੀ 'ਚ ਕਹਿੰਦੇ ਨਾਨੀ ਯਾਦ ਆ ਜੂਗੀ, ਔਰ ਉਹਦੇ 'ਚ ਅਮਰੀਕਾ ਵੀ ਖਿੱਚ ਲੂਗਾ, ਔਰ ਜਿਹੜੀ ਕਮਿੰਗ ਜਨਰੇਸ਼ਨ ਆ ਉਹਨੂੰ ਕੁਝ ਨਹੀਂ ਮਿਲੂਗਾ। ਇੱਥੇ ਬੇਰੁਜ਼ਗਾਰੀ ਆ, ਔਰ ਇਹਦੇ ਵਿੱਚ ਨਾ ਤਾਂ ਇਹਨਾਂ ਨਸ਼ੇ ਰੋਕ ਸਕਿਆ, ਨਾ ਬੇਰੁਜ਼ਗਾਰੀ ਰੋਕ ਸਕਿਆ, ਨਾ ਬੱਚਿਆਂ ਨੂੰ ਕੋਈ ਖੁਸ਼ਹਾਲੀ ਦੇ ਸਕੇ ਆ। ਔਰ ਉਹਨਾਂ ਦਾ ਜੀਵਨ ਜਿਹੜਾ ਉੱਥੇ ਜਿਹੜਾ ਹੈਗਾ ਖੁਸ਼ਹਾਲੀ ਨਾਲ ਵੱਧਦਾ। ਪੜ੍ਹੇ ਲਿਖੇ ਬੱਚੇ ਆ, ਸੋਹਣੇ ਮੁਟਿਆਰਾਂ ਕੁੜੀਆਂ ਉੱਥੇ ਬੈਠੀਆਂ, ਬੱਚੇ ਸਾਡੇ ਉੱਤੇ ਬੈਠੇ ਆ, ਸੋਹਣੀ ਪੜ੍ਹਾਈ ਕਰ ਰਹੇ ਆ, ਕਲਾਈਮੇਟ ਅੱਛਾ ਹੈਗਾ, ਬੜਾ ਕੁਛ ਹੈਗਾ। ਔਰ ਉਹਦੇ ਟਰਨਓਵਰ ਦਾ ਜੋ ਕੁਛ ਹੈਗਾ ਇਹ ਕਦੀ ਰੀਸ ਨਹੀਂ ਕਰ ਸਕਦੇ। ਜੋ ਕੁਛ ਉਹਨਾਂ ਦਾ, ਉਹ ਬਿਗੇਸਟ ਡੋਨਰ ਕੰਟਰੀ ਹੈ ਸਾਰੀ ਵਰਲਡ ਨਾਲੋਂ। ਔਰ ਜੋ ਕੁਛ ਉਹਨਾਂ ਨੇ ਦਿੱਤਾ ਲੋਕਾਂ ਨੂੰ, ਅਮਰੀਕਾ ਨੇ ਬਹੁਤ ਲੋਕਾਂ ਨੂੰ ਬਚਾਇਆ। G27 ਦੇ ਵਿੱਚ ਜੋ ਕੁਛ ਕੀਤਾ ਉਹਨਾਂ ਨੇ, ਸਭ ਤੋਂ ਵੱਧ ਇਹ 2 ਦੇਸ਼ ਸਾਹਮਣੇ ਆਏ। ਔਰ ਇਹ ਸੈਕੰਡ ਟਾਈਮ ਜਿਹੜਾ ਬਿਗੇਸਟ ਕੰਟਰੀ ਹੈਗਾ ਰਸ਼ੀਆ ਤੋਂ ਬਾਅਦ ਵਰਗਾਕਾਰ ਖੇਤਰਫਲ ਦੇ ਹਿਸਾਬ ਨਾਲ, ਏਰੀਆ ਬਹੁਤ ਵੱਡਾ। ਔਰ ਸਾਡੇ ਮੁੰਡੇ ਉੱਥੇ ਬੈਠੇ ਆ, ਅਸੀਂ ਘਰ ਬਾਹਰ ਬਣਾ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ। ਬਾਕਾਇਦਾ ਤੌਰ ਤੇ ਅਮਰੀਕਾ ਦਾ ਤੇ ਭਾਰਤ, ਜਿੱਦਾਂ ਭਾਰਤ ਦਾ ਤੇ ਕੈਨੇਡਾ ਦਾ ਆਪਸੀ ਰਿਸ਼ਤਾ, ਇਸੇ ਤਰ੍ਹਾਂ ਕੈਨੇਡਾ ਤੇ ਅਮਰੀਕਾ ਦਾ ਆਪਸੀ ਰਿਸ਼ਤਾ। ਉਹਨਾਂ ਦੇ ਜਿਹੜੇ ਮੂਲ ਨਿਵਾਸੀ ਰਹਿਣ ਵਾਲੇ ਆ, ਜਿਹੜੇ ਉੱਥੋਂ ਦੇ ਸਿਟੀਜ਼ਨ, ਨੋ ਨੀਡ ਆਫ ਵੀਜ਼ਾ, ਸਿੱਧੇ ਉੱਥੇ ਜਾਂਦੇ ਆ, ਘਰ ਬਾਹਰ, ਦੁਕਾਨਾਂ, ਮਕਾਨ, ਸਾਰਾ ਕੁਝ ਬਣਾਉਂਦੇ ਉੱਥੇ। ਔਰ ਕੋਈ ਦੀਵਾਰ ਨਹੀਂ, ਕੋਈ ਕੰਧ ਨਹੀਂ। ਸਾਡੇ ਆਪਣੇ ਦੇਸ਼ ਦੇ ਗੁਆਂਢੀ ਦੇਸ਼ ਨਾਲ ਇਹਨਾਂ ਦੀ ਬਣੀ ਨਹੀਂ, ਪਾਕਿਸਤਾਨ ਨਾਲ ਨਹੀਂ ਬਣੀ, ਪਾਕਿਸਤਾਨ ਦੀ ਇਹਨਾਂ ਨਾਲ ਨਹੀਂ ਬਣੀ। ਆਪਸ 'ਚ ਇੱਟ ਪੱਥਰ ਦਾ ਵੈਰ ਰਿਹਾ ਹੈਗਾ। ਜਿਸ ਦੇਸ਼ ਨਾਲ ਬਣਦੀ ਆ ਉਹਦੇ ਨਾਲ ਉਗੜਾ ਲੈਂਦੇ ਆ। ਇਹਦੇ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਪਾਕਿਸਤਾਨ ਦਾ ਕਸੂਰ ਨਹੀਂ ਤੇ ਇਹਨਾਂ ਦਾ ਕਸੂਰ ਨਹੀਂ, ਦੋਵਾਂ ਦੇਸ਼ਾਂ ਦਾ ਹੈਗਾ। ਔਰ ਇਹਦੇ ਵਿੱਚ ਤਾਰ ਲਾਈਆਂ, ਵਿੱਚ ਉਹਦੇ 'ਚ ਬਿਜਲੀ ਛੱਡੀ ਆ, ਹੈ ਨਾ, ਕੰਡੇਦਾਰ ਤਾਰਾਂ ਲਾਈਆਂ, ਔਰ ਉਹਦੇ ਨਾਲ ਲੋਕ ਮਰ ਰਹੇ ਆ। ਜਦੋਂ ਕਿਉਂ ਬੰਦਾ ਗਲਤੀ ਨਾਲ ਹੜਾਂ 'ਚ ਨਿਕਲ ਗਿਆ ਉੱਧਰ ਨੂੰ, ਉਹ ਪਾਕਿਸਤਾਨ ਵਾਲੇ ਲੋਕ ਮਾਰਦੇ ਉਹਨੂੰ, ਇਹ ਵੀ ਮਾਰਦੇ ਉਹਨੂੰ। ਕਿਉਂ ਪਸ਼ੂ ਜਾਂ ਮਾਲ ਢੱਗਾ ਉੱਧਰ ਨਿਕਲ ਜਾਂਦਾ, ਉਹਨੂੰ ਵੀ ਕੁੱਟਦੇ ਹੋ। ਇਹ ਤਾਂ ਅਸੀਂ ਆਪਣੇ ਪੜੋਸੀ ਦੇਸ਼ ਨਾਲ ਬਣਾ ਕੇ ਬੈਠੇ ਹਾਂ, ਜਿਹੜਾ ਸਾਡੇ ਨਾਲ ਹੈ, ਸਾਡਾ ਭਰਾ ਵਾ। ਔਰ ਬਾਕੀ ਦੇਸ਼ਾਂ ਨਾਲ, ਕੈਨੇਡਾ ਨਾਲ ਦੇਖ ਲਓ ਕੀ ਇਹਨਾਂ ਨੇ ਵਰਤਾਓ ਕਰ ਲਿਆ। ਉਹਦੀ ਟਰਨਓਵਰ ਦੇ ਵਿੱਚ ਹੀ ਅਸੀਂ ਭਾਈਵਾਲ, ਜੋ ਕੁਛ ਉਹਨਾਂ ਨੇ ਕਮਾਉਂਦੇ ਆ, ਜੋ ਕੁਛ ਉਹ ਅਸੀਂ ਖਾਂਦੇ ਹਾਂ, ਅਸੀਂ ਕਮਾਉਂਦੇ ਉੱਥੋਂ ਤਾਂ ਅਸੀਂ ਖਾਂਦੇ ਹਾਂ। ਜੇ ਅਸੀਂ ਇਹ ਵੇਖਿਆ ਜਾਵੇ ਕਿ ਸਾਡੀ ਟਰਨਓਵਰ ਤਾਂ ਉਹਦੇ ਸਾਹਮਣੇ ਹੈ ਹੀ ਕੱਖ ਨਹੀਂ ਹੈਗੀ। ਜੋ ਕੁਛ ਉਹਨਾਂ ਕੋਲ ਹੈ, ਜਿੰਨਾ ਖੁਸ਼ਹਾਲ ਕੰਟਰੀ ਹੈ,
ਉਹਦੀ ਰੀਸ ਕਰਨੀ ਬੜੀ ਔਖੀ ਰੀਸ ਹੈਗੀ ਆ। ਔਰ ਇਹ ਜੇ ਕੁਛ ਇਹਨਾਂ ਨੇ ਜੋ ਡਿਸੀਜਨ ਲੈ ਲਿਆ, ਜੋ ਮੰਤਰੀਆਂ ਨੇ ਜਾਂ ਸਾਡੀ ਵਿਦੇਸ਼ ਨੀਤੀ ਹੈ, ਇਹ ਬਿਲਕੁਲ ਜਾ ਕੇ ਨਾ ਰੱਦੀ ਦੀ ਟੋਕਰੀ 'ਚ ਪੈ ਜੂ ਸਾਰਾ ਕੁਝ। ਕਿਉਂਕਿ ਏਡੇ ਵੱਡੇ ਦੇਸ਼ ਨਾਲ, ਏਡੇ ਵੱਡੇ ਤਨਾੜ ਦੇਸ਼ ਨਾਲ ਜਿਹੜਾ ਪੰਗਾ ਲੈਣਾ ਔਖੀ ਗੱਲ ਆ। ਕਿਉਂਕਿ ਇਹਦੇ ਵਿੱਚ ਉਹਨਾਂ ਨੇ ਸਿਰਫ ਮੰਗਿਆ ਸੀ ਸਹਿਯੋਗ। ਜਦੋਂ ਉਹਨਾਂ ਕੋਲ ਵੀਡੀਓ ਹੈਗੀ, ਵੀਡੀਓ ਨੇ ਜ਼ਾਹਰ ਕਰਤੀ ਹੈ, ਵਾਇਰਲ ਕਰ ਦਿੱਤੀ, ਵੇਖੋ ਆ ਕੀ ਕੁਛ ਹੋ ਰਿਹਾ। ਔਰ ਆਸਟ੍ਰੇਲੀਆ 'ਚ ਵੀ ਮੰਦਰਾਂ 'ਤੇ ਜਿਹੜੇ ਹਮਲੇ ਹੋਏ ਆ, ਉਹਦੇ ਵਿੱਚ ਇੱਕ ਖਾਸ ਤੌਰ 'ਤੇ ਪਰਟੀਕੂਲਰ ਕਮਿਊਨਿਟੀ ਆ, ਉਹਦੀ ਵੀਡੀਓ ਉਹਨਾਂ ਨੇ ਜ਼ਾਹਰ ਕਰਤੀ ਵੀ ਆਹ ਤੁਹਾਡੇ ਲੋਕ, ਆਹ ਦੇਖ ਲਓ ਤੁਹਾਡੇ ਆ। ਉਹਨਾਂ ਦੇ ਲੋਕਾਂ ਨੂੰ ਕੀ ਮਤਲਬ, ਉਹ ਤਾਂ ਉਪਾਸ਼ਕ ਆ ਮੰਦਰਾਂ ਦੇ, ਗੁਰਦੁਆਰਿਆਂ ਦੇ, ਔਰ ਆਪ ਆਉਂਦੇ ਟਰੂਡੋ ਸਾਹਿਬ ਆ ਮੱਥਾ ਟੇਕਣ ਆਉਂਦੇ ਆ, ਅਰਦਾਸਾਂ ਹੁੰਦੀਆਂ ਇਹਨਾਂ ਦੇ ਨਾਂ 'ਤੇ। ਵੈਨਕੂਵਰ ਵਿੱਚ ਟਰੂਡੋ ਦੇ ਲਈ ਅਰਦਾਸ ਕੀਤੀ ਉਹਨਾਂ ਨੇ ਕਿ ਜੋ ਇਹਨਾਂ ਨੇ ਕੰਮ ਕੀਤਾ ਵਾ, ਜੋ ਇਹਨਾਂ ਨੇ ਕੀਤਾ ਵਾ, ਇਹਨਾਂ ਦਾ ਸੰਬੰਧ ਚੰਗੇ ਬਣ ਸਾਡੇ ਦੇਸ਼ ਨਾਲ। ਲੋਕ ਅਰਦਾਸਾਂ ਕਰ ਰਹੇ ਆ। ਜਿਸ ਤਰ੍ਹਾਂ ਅਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਦਰਸ਼ਨਾਂ ਲਈ ਅਰਦਾਸ ਕਰਦੇ ਸੀ, ਆਪਣੀ ਜਿਹੜੀ ਅਰਦਾਸ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਤੋਂ ਪਹਿਲੋਂ ਅਰਦਾਸ ਆਉਂਦੀ ਹੈ, ਉਹਦੇ ਵਿੱਚ ਕਰਤਾਰਪੁਰ ਸਾਹਿਬ ਬਾਰੇ ਦਰਸ਼ਨਾਂ ਦੀ ਕੀਤੀ ਕਿ ਜੋ ਪਾਕਿਸਤਾਨ ਵਿੱਚ ਧਾਰਮਿਕ ਸਥਾਨ ਨੇ ਉਹਨਾਂ ਦੇ ਸਾਨੂੰ ਖੁੱਲ੍ਹੇ ਦਰਸ਼ਨ ਦੇਵੀ। ਇਸੇ ਤਰ੍ਹਾਂ ਹੀ ਟਰੂਡੋ ਸਾਹਿਬ ਦੇ ਵੀ ਗੱਲ ਹੋ ਰਹੀ ਹੈ। ਜਦੋਂ ਪਬਲਿਕ ਤੇ ਐਂਟੀ ਕੰਮ ਹੋਏਗਾ, ਪਬਲਿਕ ਉਲਟ ਹੋ ਜਾਊਗੀ, ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਖਮਿਆਜਾ ਭੁਗਤਣਾ ਪਏਗਾ ਇਸ ਗੱਲ ਦਾ। ਜੀ, ਔਰ ਐਕਸਪਰਟ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਇਹ ਦੋ ਚੀਜ਼ਾਂ ਸੈਪਰੇਟ ਸੀਗੀਆਂ। ਵੀਜ਼ੇ ਰੋਕਣੇ ਵੱਖਰੀ ਗੱਲ ਸੀ ਔਰ ਜੋ ਇਲਜ਼ਾਮ ਲਗਾਇਆ ਗਿਆ ਉਹ ਵੱਖਰੀ ਗੱਲ ਹੈ। ਇਹ ਦੋਨਾਂ ਨੂੰ ਕੰਬਾਈਨ ਕਰ ਦਿੱਤਾ ਗਿਆ ਹੈ। ਇਹ ਗਲਤ ਡਿਸੀਜਨ ਹੈ। ਵੀਜ਼ੇ ਨਹੀਂ ਸਟਾਪ ਕਰਨੇ ਚਾਹੀਦੇ ਕਿਉਂਕਿ ਸਟੂਡੈਂਟਸ ਦਾ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, 68,000 ਕਰੋੜ ਰੁਪਈਆ ਇਸ ਵਕਤ ਰਿਸਕ ਤੇ ਲੱਗਾ ਹੋਇਆ ਹੈ ਔਰ ਮਾਂ-ਬਾਪ ਪਰੇਸ਼ਾਨ ਨੇ। ਔਰ ਨਵੰਬਰ ਦਾ ਸੈਸ਼ਨ ਆ ਰਿਹਾ ਨਾ, ਇਹ 'ਚ ਬਹੁਤ ਮੁੰਡੇ ਜਾਣੇ ਆ, ਉਹਨਾਂ ਨੇ ਅਪਲਾਈ ਕੀਤਾ ਪਿਆ। ਪਹਿਲੇ ਜਿਹੜਾ ਗਈ ਹੈ ਨਾ, ਹੁਣ ਨਵੰਬਰ ਦੇ ਵਿੱਚ, ਫਿਰ ਮਈ 'ਚ ਆਉਂਦਾ ਵਾ। ਇਹ 3-4 ਸੈਸ਼ਨ ਹੁੰਦੇ ਜਿਸ 'ਚ ਸਾਡੇ ਸਟੂਡੈਂਟ ਜਾਂਦੇ ਆ। ਤੁਹਾਡੀ ਗੱਲ ਸਹੀ ਹੈ, ਸਾਰਾ ਪੈਸਾ ਅਸੀਂ ਪਹਿਲੋਂ ਦਿੰਦੇ ਹਾਂ। ਉੱਥੇ ਕਾਲਜ ਜਿਹੜੀ ਹੈ ਫੀਸ ਪਹਿਲੋਂ ਜਾਂਦੀ ਆ, ਐਮਬੈਸੀਜ਼ ਵੀਜ਼ਾ ਬਾਅਦ 'ਚ ਲੱਗਦਾ। ਔਰ ਉਹਦਾ ਜਿਹੜਾ ਟਰਨ ਆ ਉਹ ਪਤਾ ਨਹੀਂ, ਅੱਜ ਜਿੱਦਾਂ 65 ਰੁਪਏ ਉੱਥੇ ਡਾਲਰ ਹੈਗਾ, ਤੇ ਜਦੋਂ ਵਾਪਸ ਆਉਣਾ 60-62 'ਚ ਵੀ ਹੋ ਸਕਦਾ। ਡੇ ਬਾਈ ਡੇ ਬਦਲਦਾ ਰਹਿੰਦਾ ਹੈਗਾ। ਔਰ ਉਹਦੇ 'ਚ ਕੌਣ ਜਿਹੜੇ ਨੁਕਸਾਨ ਉਠਾ ਰਹੇ ਆ? ਮਾਂ ਪਿਓ, ਬਜ਼ੁਰਗ ਮਾਂ ਪਿਓ ਜਿਹੜਿਆਂ ਨੇ ਜ਼ਮੀਨਾਂ ਵੇਚੀਆਂ, ਪਲਾਟ ਵੇਚੇ ਆ, ਘਰ ਵੇਚੇ ਆ, ਉਹਨਾਂ ਦੀ ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ। ਸਿਰਫ ਤੇ ਸਿਰਫ ਪਾਲਿਸੀ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹਦੇ ਵਿੱਚ ਦੂਜੇ ਪਾਸੇ ਵੀਜ਼ਾ ਰੋਕਣ ਦਾ ਮਤਲਬ ਕੀ ਸੀ, ਤੇ ਉਹਨਾਂ ਦਾ ਬੈਨ ਕਰਨ ਦਾ ਸਿਟੀਜ਼ਨ ਦਾ ਕੀ ਸੀਗਾ। ਮਸਲਾ ਹੋਰ ਹੈਗਾ, ਹੈ ਨਾ, ਤਾਂ ਦੂਜੇ ਪਾਸੇ ਚਲੇ ਗਏ। ਇਸ ਮਸਲੇ ਨੂੰ ਇਹਨਾਂ ਨਹੀਂ ਤਰੀਕੇ ਨਾਲ ਧਿਆਨ ਦਿੱਤਾ। ਔਰ ਉਧਰ ਗੁਰਪਤਵੰਤ ਪੰਨੂ ਉਹ ਅਲੱਗ ਹੀ ਸਟੇਟਮੈਂਟਸ ਦਿੰਦੇ ਰਹਿੰਦੇ ਨੇ ਔਰ ਪਤਾ ਨਹੀਂ ਉਹ ਮਤਲਬ ਇਸ ਤਰ੍ਹਾਂ ਦੀ ਵਿਚਾਰਧਾਰਾ ਕਿਉਂ ਰੱਖਦੇ ਨੇ। ਮਤਲਬ ਉਹ ਵੀ ਉਹੀ ਪਾੜੋ ਤੇ ਰਾਜਨੀਤੀ ਕਰੋ, ਉਹੀ ਹਿਸਾਬ ਉਹਨਾਂ ਦਾ ਹੈ। ਸੋ ਇਹ ਸਭ ਗੱਲਾਂ ਸਾਹਮਣੇ ਆ ਰਹੀਆਂ ਨੇ। ਪ੍ਰਾਪਰਟੀ ਤੇ ਜ਼ਬਤ ਹੋ ਗਈ ਹੈ ਜਿਹੜੀ ਇੰਡੀਆ 'ਚ ਪ੍ਰਾਪਰਟੀ ਸੀ। ਖਾਨਪੁਰ ਪਿੰਡ ਹੈਗਾ ਅੰਮ੍ਰਿਤਸਰ ਦੇ ਨਾਲ, ਉਹ ਤਾਂ ਕੁਛ ਚੰਡੀਗੜ੍ਹ ਦੇ ਵਿੱਚ ਸੀ, ਮੋਹਾਲੀ ਦੇ ਵਿੱਚ ਸੀਗੀ ਉਹਨਾਂ ਦੀ ਪ੍ਰਾਪਰਟੀ। ਉਹ ਜਿਹੜੀ ਗੌਰਮੈਂਟ ਆ, ਉਹਨੇ ਆਪਣੀ ਪੰਜਾਬ ਗੌਰਮੈਂਟ ਨੇ ਤੇ ਇੰਡੀਅਨ ਗੌਰਮੈਂਟ ਨੇ ਰਲ ਕੇ ਜ਼ਬਤ ਕਰ ਲਈ। ਔਰ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਭਗੌੜੇ ਨੇ ਉਹਨਾਂ ਦੀ ਵੀ ਲਿਸਟ ਆ ਗਈ ਹੈ। 19 ਮੁੰਡਿਆਂ ਦੀ ਹੋਰ ਲਿਸਟ ਆ ਗਈ ਆ, ਜਿਹਦੇ 'ਚ ਭਗੌੜੇ ਮੁੰਡੇ ਆ ਜਿਹੜੇ ਵਾਇਆ ਨੇਪਾਲ ਚਲੇ ਜਾਂਦੇ ਆ। ਇੱਕ ਗੱਲ ਕਰਨ ਵਾਲੀ ਹੈਗੀ ਆ, ਸਾਡੇ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ, ਜਦੋਂ ਇਹ ਭੱਜਦੇ ਇੱਥੋਂ ਗੈਂਗਸਟਰ ਜਾਂ ਕੁਛ ਅੱਤਵਾਦੀ ਬਣ ਕੇ ਜਾਂ ਬਾਹਰ ਨਿਕਲਦੇ ਆ, ਉਦੋਂ ਸਾਡੀਆਂ ਏਜੰਸੀਆਂ, ਖੁਫੀਆ ਏਜੰਸੀਆਂ ਕੀ ਕਰਦੀਆਂ? ਸਾਡੀ ਰਾਹ ਏਜੰਸੀ ਕੀ ਕਰਦੀ ਹੈ? ਬਾਹਰਲੇ ਦੇਸ਼ਾਂ 'ਚ ਬੈਠੀ ਆ। ਉਦੋਂ ਬਾਅਦ ਜਿਹੜੇ ਇੱਥੇ ਪੰਜਾਬ ਦੀ ਵਿਜੀਲੈਂਸ ਆ, ਜਿਹੜੀ CID ਆ, ਇੰਟੈਲੀਜੈਂਸ ਆ, ਇਹ ਕੀ ਕਰਦੀਆਂ ਕਿ ਕਿੱਧਰ ਨੂੰ ਲੋਕ ਜਾ ਰਹੇ, ਕੌਣ ਜਾ ਰਿਹਾ? ਵਾਰ-ਵਾਰ ਜਿਹੜੇ ਸ਼ਰੀਫ ਬੰਦੇ, ਉਹਨਾਂ ਦੀਆਂ ਗੱਡੀਆਂ, ਉਹਨਾਂ ਦੀਆਂ ਸਾਰੀਆਂ ਤਲਾਸ਼ੀ ਲੈਂਦੇ ਆ, ਉਹਨਾਂ ਦੀ ਤਲਾਸ਼ੀ ਨਹੀਂ ਲੈਂਦੇ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਗੰਨਾਂ ਬਾਹਰੋਂ ਆਈਆਂ, ਦਿਨ ਦਿਹਾੜੇ ਕਤਲ ਕੀਤਾ ਗਿਆ, ਅਜੇ ਤੱਕ ਮੁੰਡਾ ਨਹੀਂ ਫੜੇਗਾ। ਉਹਦਾ ਮਾਂ ਪਿਓ ਰੋਂਦਾ ਹੈਗਾ। ਔਰ ਹਾਲਾਂਕਿ ਉਹਨਾਂ ਦਾ ਮੁੰਡਾ ਤਾਂ ਮਿਲਣਾ ਨਹੀਂ। ਕੱਲ੍ਹ ਨੂੰ ਜੇ ਮੁੰਡੇ ਫੜੇ ਵੀ ਜਾਂਦੇ ਆ, ਉਹਨਾਂ ਨੂੰ ਸਜ਼ਾ ਵੀ ਹੁੰਦੀ ਆ। ਉਹਨਾਂ ਦਾ ਸਿੱਧੂ ਮੂਸੇਵਾਲਾ ਤਾਂ ਵਾਪਸ ਨਹੀਂ ਆਊਗਾ, ਉਹਨਾਂ ਦਾ ਪੁੱਤ ਤਾਂ ਉਹਨਾਂ ਦੀ ਹਿੱਕ ਨਾਲ ਨਹੀਂ ਲੱਗੂਗਾ। ਪਰ ਫਿਰ ਵੀ ਕੁਛ ਰਿਵੈਂਜ ਹੁੰਦਾ, ਕੋਈ ਪੰਜਾਬੀਆਂ ਦੇ ਅੰਦਰ ਹੁੰਦੀ ਹੈ ਗੱਲ ਕਿ ਜਿਹਨੇ ਸਾਡੇ ਨਾਲ ਟਾਕਰਾ ਲਿਆ, ਉਹਨੂੰ ਘੱਟੋ ਘੱਟ ਗ੍ਰਿਫਤ ਵਿੱਚ ਲੈ ਕੇ ਗ੍ਰਿਫਤਾਰ ਕਰਕੇ ਸਜ਼ਾ ਤਾਂ ਦਿਓ, ਉਹਨੂੰ ਕੀ ਕੁਛ ਹੈਗੀ ਹੈ। ਇਹ ਗੱਲ ਅਜੇ ਤੱਕ ਉੱਥੇ ਨਹੀਂ ਬਣੀ। ਇਹੀ ਜਿਹੜੇ ਹੈਗੇ ਮਸਲੇ ਸਾਡੀਆਂ ਏਜੰਸੀਆਂ ਕੀ ਕਰਦੀਆਂ? ਉਹ ਦਿਨ ਦਿਹਾੜੇ ਬਲੇਰੋ ਗੱਡੀਆਂ ਦੇ ਵਿੱਚ ਜਾ ਕੇ ਕਤਲ ਕਰਕੇ, ਗੋਲੀਆਂ ਚਲਾ ਕੇ, ਹਥਿਆਰ ਲੈ ਕੇ ਵਾਪਸ ਚਲੇ ਗਏ ਆ। ਸੜਕਾਂ 'ਤੇ ਬੈਠੀ ਪੁਲਿਸ, ਸੜਕਾਂ 'ਤੇ ਬੈਠੀ ਇੰਟੈਲੀਜੈਂਸ, ਸੜਕਾਂ 'ਤੇ ਬੈਠੀ ਨਾਕਾ ਲਾ ਕੇ ਪੁਲਿਸ ਕੀ ਕਰਦੀ ਰਹੀ? ਉਦੋਂ ਸ਼ਰੀਫ ਬੰਦਿਆਂ ਦੀ ਗੱਡੀਆਂ ਵਾਰ-ਵਾਰ ਰੋਕਦੀ ਆ। ਕੋਈ ਨੰਬਰ ਚੰਡੀਗੜ੍ਹ ਦਾ ਲੱਗਾ, ਪੰਜਾਬ 'ਚ ਘੁੰਮ ਰਿਹਾ, ਰੁਕੋ ਲਿਆਓ ਤੇ ਲਿਆਓ ਕਾਗਜ਼ ਕੱਢੋ, NRC ਦਿਖਾਓ। ਉਹਨਾਂ ਨੂੰ ਦੇਖਣਗੇ, ਪਰ ਉਹਨਾਂ ਮੁੰਡਿਆਂ ਨੂੰ ਨਹੀਂ ਵੇਖਣਾ। ਪਤਾ ਨਹੀਂ ਕੀ ਮਿਲੀ ਭੁਗਤ ਚੱਲ ਰਹੀ ਹੈ, ਕੀ ਕੁਛ ਹੋ ਗਿਆ। ਇਹ ਹੈ ਪੰਜਾਬ ਦੀ ਹਾਲਤ। ਬਿਲਕੁਲ। ਔਰ ਆਪਾਂ ਅੱਗੇ ਵਧੀਏ। ਜੀ। ਉਹ ਫਿਰ ਤੋਂ ਮਸਲਾ ਪੱਕਿਆ ਹੈ ਜੋ BBC ਦੀ ਡਾਕੂਮੈਂਟਰੀ ਆਈ ਸੀ, ਜੀ ਇੰਡੀਆ ਦੀ ਮੋਦੀ ਕੁਐਸਚਨ। ਔਰ ਉਸ ਡਾਕੂਮੈਂਟਰੀ ਦੇ ਰਿਗਾਰਡਿੰਗ ਫਿਰ ਤੋਂ BBC ਜੋ ਲੰਡਨ ਹੈ ਉਸ ਨੂੰ ਵੀ ਨੋਟਿਸ ਗਿਆ ਹੈ ਭਾਰਤ ਦੇ ਕੋਰਟਸ ਵੱਲੋਂ, ਤੇ ਨਾਲ ਜਿਹੜਾ BBC ਦਾ ਆਫਿਸ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਹੈ ਉਹਨਾਂ ਨੂੰ ਵੀ ਨੋਟਿਸ ਗਿਆ ਹੈ। ਇਹ ਹੁਣ ਨਵਾਂ ਪ੍ਰੋਸੈਸ ਫਿਰ ਤੋਂ ਸ਼ੁਰੂ ਹੋ ਗਿਆ। ਪਹਿਲਾਂ ਤਾਂ ਰੇਡਿੰਗ ਉਹਨਾਂ ਦੇ ਹੋਈ ਸੀ, ਰੇਡਸ ਹੁੰਦੇ ਰਹੇ ਸੀ, ਤੇ ਹੁਣ ਇਹ ਨਵਾਂ ਨੋਟਿਸ ਗਿਆ ਹੈ।
ਦ ਇੰਡੀਆ Modi ਮੋਦੀ Question। ਕੁਐਸਚਨ ਇੱਕ ਡਾਕੂਮੈਂਟਰੀ ਦਾ ਨਾਂ ਹੈਗਾ ਔਰ ਇਹ ਪ੍ਰੋਡਿਊਸ ਕੀਤੀ ਸੀ BBC ਜਿਹੜੀ ਲੰਡਨ ਜਾਂ 'ਚ, ਕਾਫੀ ਇਹਨਾਂ ਦੇ ਲੰਡਨ 'ਚ। ਉੱਤੇ ਦਿੱਕਤ ਵੀ ਹੋਈ ਸੀ ਆਹ। ਕਿ ਇਹ ਤੁਸੀਂ ਪ੍ਰੋਪੇਗੈਂਡਾ ਹੈ ਇੱਥੋਂ ਸਾਰੀ ਸਟੇਟਮੈਂਟਸ ਜਾਰੀ ਹੋਈਆਂ ਤੇ ਉਹਨਾਂ ਨੇ ਕਿਹਾ ਕਿ ਨਹੀਂ, ਸਾਡੀ ਰਿਸਰਚ ਟੀਮ ਨੇ ਪੂਰਾ ਰਿਸਰਚ ਕਰਕੇ ਡਾਕੂਮੈਂਟਰੀ ਬਣਾਈ ਹੈ। ਅਸਲ 'ਚ ਇਹਦੇ 'ਚ 2004 'ਚ ਜਿਹੜਾ ਗੁਜਰਾਤ 'ਚ ਦੰਗੇ ਹੋਏ ਸੀਗੇ, ਜਿਹਦੇ ਵਿੱਚ ਜਿਹੜੀ ਘੱਟ ਗਿਣਤੀ ਦੇ ਲੋਕ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਸੀ, ਜਾਂ ਜਾਨ ਦਾ ਤੇ ਮਾਲ ਦੋਨਾਂ ਦਾ ਹੀ। ਹਾਂਜੀ। ਔਰ ਉਹਦੇ ਤੇ ਫੋਕਸ ਹੋ ਕੇ ਬਣੀ ਹੈ ਡਾਕੂਮੈਂਟਰੀ। ਉਹ 'ਚ ਫੈਕਟ ਨੇ ਜਿਹੜੀ ਇਹਦੇ ਵਿੱਚ ਡਿਫਰੈਂਸ ਇਹ ਹੁੰਦਾ, ਜਿਹੜੀ ਫੀਚਰ ਫਿਲਮ ਆ, ਜਿਹੜੀ ਮੂਵੀ ਆ, ਉਹ ਕ੍ਰੀਏਟ ਕੀਤੀ ਸਟੋਰੀ ਹੁੰਦੀ ਹੈ, ਜਿਸ 'ਚ ਲਵ ਅਫੇਅਰ ਹੁੰਦਾ, ਜਿਹਦੇ ਵਿੱਚ ਸਟੋਰੀਆਂ ਕ੍ਰੀਏਟ ਕੀਤੀਆਂ ਹੁੰਦੀਆਂ, ਜਿਹਦੇ 'ਚ ਇੰਸੀਡੈਂਟ, ਜਿਹੜੇ 'ਚ ਕਈ ਤਰ੍ਹਾਂ ਦੇ ਹਾਦਸੇ, ਜਿਹਦੇ 'ਚ ਕਈ ਤਰ੍ਹਾਂ ਦੇ ਸੀਨ ਕ੍ਰੀਏਟ ਕੀਤੇ ਹੁੰਦੇ ਆ। ਡਾਕੂਮੈਂਟਰੀ 'ਚ ਬੇਸਡ ਔਨ ਫੈਕਟਸ ਜਿਹੜੇ ਵੀ ਹੁੰਦੇ ਆ, ਉਹ ਜਿਹੜੇ ਇਹਨੂੰ ਦਸਤਾਵੇਜ਼ੀ ਫਿਲਮ ਪੰਜਾਬੀ 'ਚ ਕਹਿੰਦੇ ਆ। ਇਹ ਪ੍ਰੋਡਿਊਸ ਕੀਤੀ ਸੀ BBC ਲੰਡਨ ਨੇ, ਔਰ ਇਹਦੇ 'ਚ ਰੋਕ ਲਾ ਦਿੱਤੀ ਗਈ, ਜਿਸ ਤਰ੍ਹਾਂ ਤੁਸੀਂ ਦੱਸਿਆ ਵਾ। ਇੰਡੀਅਨ ਗੌਰਮੈਂਟ ਨੇ ਇਹਨੂੰ ਨਹੀਂ ਚੱਲਣ ਦਿੱਤਾ ਕਿਸੇ ਪਾਸੇ ਵੀ, ਔਰ ਇਸਲਾਮੀਆ ਯੂਨੀਵਰਸਿਟੀ ਵਿੱਚ ਥੋੜ੍ਹੀ ਬਹੁਤ ਚਲਾਈ ਸੀ, ਔਰ ਦਿੱਲੀ ਵਿੱਚ ਵੀ ਚੱਲਣ ਦੀ ਕੋਸ਼ਿਸ਼ ਕੀਤੀ, ਪਰ ਬੈਨ ਹੋ ਗਈ ਇਮੀਡੀਏਟ। ਉਹ ਤੋਂ ਬਾਅਦ ਨਹੀਂ ਚਲਾਈ ਗਈ। ਹੁਣ ਇਹਦੇ 'ਤੇ ਆ ਕੇ ਜਾਚਕਾਂ ਦਾਇਰ ਕੀਤੀਆਂ ਸੀ ਦਿੱਲੀ ਹਾਈ ਕੋਰਟ ਦੇ ਵਿੱਚ। ਉਹਦੇ ਵਿੱਚ ਇਹਨਾਂ ਨੇ ਨੋਟਿਸ ਭੇਜ ਦਿੱਤੇ, ਜਿਸ ਤਰ੍ਹਾਂ ਤੁਸੀਂ ਦੱਸਿਆ, BBC ਲੰਡਨ ਨੂੰ ਔਰ BBC ਇੰਡੀਆ ਜਿਹੜੀ ਇੱਥੇ ਬੈਠੀ ਆ। ਔਰ ਉਹਦੇ ਵਿੱਚ ਉਹਨਾਂ ਨੇ ਇਨਵੋਲਵ ਮੋਦੀ ਸਾਹਿਬ ਨੂੰ ਕੀਤਾ ਸੀ ਵੀ ਇਹਦੇ ਵਿੱਚ ਉਦੋਂ ਮੁੱਖ ਮੰਤਰੀ ਗੁਜਰਾਤ ਸੀਗੇ, ਔਰ ਉਸ ਟਾਈਮ 'ਤੇ 2004 'ਚ ਜੋ ਕੁਝ ਹੋਇਆ ਉਹ ਹੋਇਆ। ਹੁਣ ਇਹ ਪ੍ਰਧਾਨ ਮੰਤਰੀ ਨੇ ਮੌਜੂਦਾ, ਔਰ ਇਹਨਾਂ ਕੋਲ ਇਸ ਵੇਲੇ ਪਾਵਰ ਹੈ। ਇਹਨਾਂ ਨੇ ਉਹ ਡਾਕੂਮੈਂਟਰੀ ਨਹੀਂ ਚੱਲਣ ਦਿੱਤੀ। ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਦੇ ਵਿੱਚ ਹਿੰਸਕ ਘਟਨਾਵਾਂ ਹੋ ਸਕਦੀਆਂ, ਔਰ ਪੂਰੇ ਹਿੰਦੁਸਤਾਨ ਵਿੱਚ ਫਿਰ ਹਫੜਾ ਦਫੜੀ ਪੈਦਾ ਹੋ ਸਕਦੀ। ਗੱਲ ਤਾਂ ਇਹਨਾਂ ਦੀ ਠੀਕ ਹੈ। ਔਰ ਉਹਦੇ ਵਿੱਚ ਇਹ ਸੀਗਾ ਕਿ ਇਹਨਾਂ ਨੇ ਕਿਹਾ ਕੋਈ ਕਈ ਤਰ੍ਹਾਂ ਦੇ ਜਿਹੜੇ ਆ ਖੂਨ ਖਰਾਬੇ ਹੋ ਸਕਦੇ ਆ, ਉੱਤੇ ਰੋਕ ਲਾ ਦਿੱਤੀ। ਇਹ ਤਾਂ ਠੀਕ ਹੈਗਾ। ਔਰ ਬਾਕਾਇਦਾ ਤੌਰ 'ਤੇ ਜਿਹੜੇ ਨੋਟਿਸ ਗਏ, ਹੁਣ ਉਹਨਾਂ ਨੇ ਜਵਾਬ ਦੇ ਦੇਣਾ ਵੀ ਆਹ ਫੈਕਟ ਜਿਹਾ ਦੇਖ ਲਓ ਕੀ ਹੈਗਾ, ਕਿਉਂਕਿ ਉਹਨਾਂ ਨੇ ਐਵੇਂ ਤਾਂ ਬਣਾਈ ਨਹੀਂ। ਹੁਣ ਇੱਧਰੋਂ ਲੀਗਲ ਤੌਰ 'ਤੇ ਜਿਹੜੀ ਗਈ ਹੈ, ਸਾਡੇ ਵਕੀਲ ਜਿਹੜੇ ਸਾਡੇ ਮਾਹਰ ਨੇ ਜਾਂ ਜੁਡੀਸ਼ੀਅਲ ਜਿਹੜੇ ਜੱਜ ਨੇ, ਉਹਨਾਂ ਨੇ ਇਹਦੇ 'ਤੇ ਸਹਿਮਤੀ ਪ੍ਰਗਟਾ ਕੇ ਜਿਹੜੀ ਜਾਚਕਾਂ ਦੋ ਦਾਇਰ ਹੋਈਆਂ, ਉਹਦੀ ਸੁਣਵਾਈ ਵੀ ਹੋ ਗਈ ਹੈ, ਔਰ ਨੋਟਿਸ ਉਹਨਾਂ ਨੂੰ ਚਲੇ ਗਿਆ। ਹੁਣ ਉਹਨਾਂ ਦੇ ਜਵਾਬ ਵੀ ਦੇਖੋ, ਉਹਨਾਂ ਦੇ ਜਵਾਬ ਆਉਣਗੇ। ਜਦੋਂ ਉਹਨਾਂ ਦੇ ਜਵਾਬ ਆਏ, ਉਹਨਾਂ ਦੇ ਵਿੱਚ ਕਈ ਮੀਡੀਆ ਨੇ ਰੋਕ ਲੈਣੇ ਆ, ਕਈ ਤਰ੍ਹਾਂ ਦੀਆਂ ਜਿਹੜੀਆਂ ਅਖਬਾਰਾਂ ਵੀ ਰੁਕ ਜਾਣਗੀਆਂ। ਉਹ ਲੋਕਾਂ ਤੱਕ ਨਹੀਂ ਪਹੁੰਚਣਗੇ ਕਿ ਕੀ ਫੈਕਟ ਹੈਗਾ, ਕੀ ਇਹਦੇ ਵਿੱਚ ਅਸਲੀਅਤ ਹੈਗਾ, ਔਰ ਉਸ ਨੂੰ ਇਹਨਾਂ ਨੇ ਥੋੜ੍ਹਾ ਫਿਰ ਇੱਧਰ ਉੱਧਰ ਕਰ ਦੇਣਾ। ਔਰ ਜੇ ਡਾਕੂਮੈਂਟਰੀ ਲੋਕਾਂ ਤੱਕ ਆਉਂਦੀ, ਪਰ ਇਹ 'ਚ ਇਹਨਾਂ ਨੂੰ ਬੈਨ ਲਾਉਣਾ ਚਾਹੀਦਾ ਸੀ ਵੀ ਯੂਥ ਨੂੰ ਨਾ ਵੇਖਣ ਦਿਓ। ਜਿਹੜੇ ਦੂਜੇ ਲੋਕ ਨੇ, ਮੈਚਿਓਰ ਲੋਕ ਨੇ, ਜਿਹੜੇ ਵੱਡੀ ਉਮਰ ਦੇ, ਉਹਨਾਂ ਨੂੰ ਵਿਖਾ ਦਿਓ। ਜਿਸ ਤਰ੍ਹਾਂ ਕਈ ਫਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਅਸ਼ਲੀਲ ਜਿਹੜੇ ਸੀਨ ਹੁੰਦੇ ਆ, ਉਹ ਜਿਹੜੇ ਅੰਡਰ ਏਜ ਬੱਚਿਆਂ ਨੂੰ ਨਹੀਂ ਦੇਖਣ ਦਿੰਦੇ, ਸੈਂਸਰ ਬੋਰਡ ਕਰ ਦਿੰਦਾ ਉਹਨਾਂ ਨੂੰ। ਇਹ ਵੀ ਸੈਂਸਰ ਬੋਰਡ ਨੂੰ ਦੇ ਦਿੰਦੇ। ਉਹਦੇ ਵਿੱਚ ਜਿਹੜੇ ਸੀਨ ਸੀ ਕਟਵਾ ਸਕਦੇ ਸੀਗੇ, ਔਰ ਇਹਦੇ 'ਚ ਕਈ ਤਰ੍ਹਾਂ ਸੀ ਇਹਨਾਂ ਨੇ ਡਾਇਰੈਕਟਲੀ ਬੈਨ ਕਰ ਦਿੱਤੀ। ਅੱਜ ਤੱਕ ਕਿਸੇ ਨੇ ਉਹ ਵੇਖੀ ਨਹੀਂ, ਔਰ ਉਹਨਾਂ ਨੇ ਪੈਸਾ ਬੇਸ਼ੁਮਾਰ ਲਿਆ। ਔਰ ਜੇ ਇੰਗਲੈਂਡ ਚੱਲੀ ਤਾਂ ਇੰਗਲੈਂਡ 'ਚ ਵੀ ਸਾਡੇ ਬਹੁਤ ਲੋਕ ਬੈਠੇ ਨੇ, ਸਾਡੇ ਨਾਗਰਿਕ ਪੰਜਾਬ ਦੇ ਔਰ ਇੰਡੀਆ ਦੇ ਲੋਕ ਬੈਠੇ, ਉਹਨਾਂ ਵੇਖ ਲਈ ਹੋਗੀ, ਉਹਦੀ ਕਾਪੀ ਕਰ ਲਈ ਹੋਗੀ, ਲੋਕਾਂ ਤੱਕ ਪਹੁੰਚੀ ਤਾਂ ਕਿਸੇ ਤਰੀਕੇ ਨਾਲ ਜ਼ਰੂਰ ਹੋਊਗੀ। ਜੇ ਇੰਡੀਆ 'ਚ ਬੈਨ ਹੈਗੀ ਹੈ, ਬਾਹਰਲੇ ਦੇਸ਼ਾਂ 'ਚ ਤਾਂ ਬੈਨ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਕੋਲ ਓਵਰਸੀਜ਼ ਰਾਈਟ ਹੈਗੇ ਆ ਬਾਹਰਲੇ ਦੇਸ਼ਾਂ 'ਚ ਚਲਾਉਣ ਦੇ। ਹਰ ਕੰਟਰੀ 'ਚ ਚੱਲੀ ਹੋਗੀ, ਔਰ ਉੱਥੇ ਲੋਕਾਂ ਨੂੰ ਪਤਾ ਲੱਗ ਹੋ। ਯੂਰਪੀਅਨ ਯੂਨੀਅਨ ਹੈਗੀ, ਉਹਨਾਂ ਦੇ ਵਿੱਚ ਚਲਾਇਆ ਹੋਗੀ। ਔਰ ਇਹ ਦੁਬਾਰਾ ਜਿਹੜੀ ਚੀਜ਼ਾਂ ਨੇ ਵਾਰ-ਵਾਰ ਉੱਤੇ ਜਾਚਕਾ ਦਾਇਰ ਕਰਨੀ। ਵੈਸੇ ਮਾਮਲਾ ਠੰਡਾ ਹੋ ਗਿਆ ਸੀ, ਇਹਨੂੰ ਫਿਰ ਭੜਕਾਅ ਵਾਲੇ ਪਾਸੇ ਕਰ ਰਿਹਾ ਜਾਚਕਾ ਦਾਇਰ ਕਰਕੇ। ਉਹਨੂੰ ਚੁੱਪ ਰਹਿਣ ਦੇਣਾ ਚਾਹੀਦਾ ਸੀ, ਤਾਂ ਕਿ ਲੋਕਾਂ ਨੂੰ ਇਹਦਾ ਭੁੱਲ ਜਾਂਦਾ ਸਾਰਾ ਮਾਮਲਾ, ਔਰ ਇਹਨੂੰ ਫਿਰ ਨਵੇਂ ਸਿਰੇ ਇਹਨੂੰ ਨਵਾਂ ਸਰਜੀਤ ਕਰਕੇ ਲੋਕਾਂ ਦੀ ਨਜ਼ਰ 'ਚ ਲੈ ਜਾਂਦਾ। ਬਿਲਕੁਲ। ਔਰ ਇਸ ਦੇ ਪਿੱਛੇ ਕੀ ਮੋਟਿਵ ਹੈ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਨ੍ਹਾਂ ਨੇ ਇਹ ਜਾਚਕਾ ਦਾਇਰ ਕਰਕੇ ਮੁੜ ਤੋਂ ਇਸ ਮਾਮਲੇ ਨੂੰ ਫਿਰ ਪਖਦਾ ਕੀਤਾ ਹੈ, ਉਹਨਾਂ ਦਾ ਕੀ ਪਰਸਨਲ ਮੋਟਿਵ ਹੈ ਇਹਦੇ 'ਚ, ਉਹ ਦੇਖਣ ਨੂੰ ਹਜੇ ਸਮਾਂ ਹੈ। ਸਮੇਂ ਦੇ ਬਾਅਦ ਹੀ ਪਤਾ ਲੱਗਣਾ ਹੈ ਕਿ ਕੀ ਚਾਹੁੰਦੇ ਕੀ ਨੇ। ਸੋ ਮੋਦੀ ਜੀ ਕਹਿ ਰਹੇ ਨੇ ਕਿ ਕਾਂਗਰਸ ਨੇ ਮਜਬੂਰੀ ਦੇ ਵਿੱਚ ਜਿਹੜਾ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਇਆ, ਉਹ ਮਜਬੂਰੀ 'ਚ ਹਿਮਾਇਤ ਕੀਤੀ ਹੈ। ਅੱਛਾ, ਇਹ ਕਿਹਾ ਉਹਨਾਂ ਨੇ। ਇਹਦੇ ਵਿੱਚ ਇਹਨਾਂ ਦੇ ਬਹੁਮਤ ਨਾਲ ਜਿਹੜੀ ਸਹਿਮਤੀ ਦਿੱਤੀ ਆ ਕਾਂਗਰਸ ਨੇ, ਔਰ ਕਾਂਗਰਸ ਦੇ ਜਿੰਨੇ ਵੀ ਨੇਤਾ ਨੇ, ਉਹਨਾਂ ਨੇ ਕਹਿਤਾ ਸੀਗਾ ਕਿ ਇਹਨੂੰ ਲਾਗੂ ਵੀ ਜਲਦੀ ਕੀਤਾ ਜਾਵੇ। ਹੁਣ ਜੇ ਲਾਗੂ, ਉਹਨਾਂ ਨੇ ਕਿਹਾ ਕਿ ਇੰਪਲੀਮੈਂਟ ਹੋ ਜੇ। ਰਾਹੁਲ ਗਾਂਧੀ ਜੀ ਆਪ ਖੁਦ ਬੋਲੇ ਆ, ਔਰ ਖੜਗੇ ਸਾਹਿਬ ਬੋਲੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਤੁਹਾਡੀ ਟਰਮ ਦੇ ਵਿੱਚ ਹੀ ਲਾਗੂ ਹੋਣਾ ਚਾਹੀਦਾ। ਪਰ ਇਹਨਾਂ ਨੇ ਕਹਿਤਾ ਕਿ ਇਟ ਮੇ ਬੀ ਇੰਪਲੀਮੈਂਟਡ ਇਨ 2029 ਦੇ ਵਿੱਚ ਹੋਊਗਾ। ਉਦੋਂ ਤੱਕ ਇਹਨਾਂ ਦੀ ਗੌਰਮੈਂਟ ਰਹਿੰਦੀ ਜਾਂ ਕਿਹੜੀ ਨਵੀਂ ਗੌਰਮੈਂਟ ਆਉਂਦੀ ਆ, ਇਹਨੂੰ ਫਿਰ ਵੀ ਕਿਸੇ ਤਰੀਕੇ ਨਾਲ ਜੇ ਰੋਕ ਲੈਂਦੀ ਗੌਰਮੈਂਟ ਆ ਕੇ, ਤੇ ਫਿਰ ਇਹ ਕੀ ਕਰਨਗੇ ਮੋਦੀ ਸਾਹਿਬ। ਕੱਲ੍ਹ ਨੂੰ ਮੰਨ ਲਓ ਜੇ ਕਾਂਗਰਸ ਦਾ ਹੀ ਪ੍ਰਾਈਮ ਮਿਨਿਸਟਰ ਬਣ ਜਾਂਦਾ, ਹੋਮ ਮਿਨਿਸਟਰ ਉਹਨਾਂ ਦਾ ਹੀ ਆਊਗਾ, ਸਾਰਾ ਕੁਝ ਆਊਗਾ, ਤੇ ਫਿਰ ਰੋਕ ਲਿਆ ਜਾਊਗਾ, ਫਿਰ ਇਹ ਕੀ ਕਰਨਗੇ। ਔਰ ਇਹਨਾਂ ਨੇ ਕਿਹਾ ਵਾ ਮੋਦੀ ਸਾਹਿਬ ਨੇ ਵੀ ਇਹ ਜੰਗਾਲ ਲੱਗਾ ਲੋਹਾ ਹੈਗਾ ਕਾਂਗਰਸ, ਜਿਹਨੂੰ ਜੋ ਲੋਹਾ ਲੱਗ ਜਾਂਦਾ ਨਾ, ਲੋਹੇ ਨੂੰ ਜੰਗਾਲ ਲੱਗ ਜਾਂਦਾ। ਕਹਿੰਦੇ ਉਹ ਆਂਦੇ ਕੋਈ ਇਹਨਾਂ ਦਾ ਨੇਤਾ ਨਹੀਂ, ਕੋਈ ਇਹਨਾਂ ਦਾ ਪੈਰੋਕਾਰ ਨਹੀਂ ਗਾ,
ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਔਰ ਇਹ ਨਾ ਕੁਝ ਕਰ ਸਕਦੇ ਆ। ਜੋ ਪਾਵਰ, ਜੋ ਲੋਕਾਂ ਦਾ ਸਹਿਮਤੀ ਸਾਡੇ ਕੋਲ ਹੈਗੀ, ਇਹਨਾਂ ਕੋਲ ਨਹੀਂ ਹੈਗੀ। ਆਉਣ ਵਾਲੀਆਂ ਜਿਹੜੀਆਂ ਵੋਟਾਂ ਨੇ, ਚੋਣਾਂ ਨੇ, ਉਹਨਾਂ ਵਿੱਚ ਫਿਰ ਅਸੀਂ ਮਤਲਬ ਡੱਗੇ ਦੀ ਚੋਟ ਨਾਲ ਜਿੱਤਾਂਗੇ ਕਹਿੰਦੇ। ਕੀ ਸ਼ਬਦਾਵਲੀ ਇਸਤੇਮਾਲ ਕਰ ਦਿੰਦੇ ਨੇ ਇੱਕ ਦੂਜੇ ਦੇ ਪ੍ਰਤੀ। ਇਹ ਕਿਹਾ ਉਹਨਾਂ ਨੇ। ਸਾਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਕਿ ਉਹ ਵੀ ਸਾਡੇ ਦੇਸ਼ ਦੇ ਹੀ ਨਾਗਰਿਕ ਨੇ, ਬਿਲਕੁਲ ਸਾਡੇ ਸਹਿਯੋਗੀ ਨਾਗਰਿਕ ਨੇ, ਸਾਡੇ ਕੋ ਸਿਟੀਜ਼ਨਸ ਨੇ, ਔਰ ਅਸੀਂ ਇਦਾਂ ਦੀ ਸ਼ਬਦਾਵਲੀ ਕਿਉਂ ਇਸਤੇਮਾਲ ਕਰਦੇ ਹਾਂ ਇੱਕ ਦੂਜੇ ਦੀ। ਇਹ ਕੋਈ ਇੱਕ ਪਾਰਟੀ ਨਹੀਂ, ਤਕਰੀਬਨ ਸਾਰੀਆਂ। ਜੇ ਕਾਂਗਰਸ ਨੂੰ ਮੌਕਾ ਮਿਲਦਾ ਉਹ ਬੀਜੇਪੀ ਦੇ ਖਿਲਾਫ ਰਾਹੁਲ ਗਾਂਧੀ ਜੀ ਨੇ ਵੀ ਕਿਹਾ ਸੀ, ਬੋਲਦੇ ਆ। ਉਹਨਾਂ ਡਾਇਰੈਕਟਲੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀਗਾ। ਇਹ ਕਿਸ ਤਰ੍ਹਾਂ ਦੀ ਸ਼ਬਦਾਵਲੀ ਹੈ? ਇਹਦੇ ਨਾਲ ਕੀ ਹੈ ਕਿ ਜੋ ਯੰਗ ਜਨਰੇਸ਼ਨ ਹੈ ਉਹਨਾਂ ਉੱਤੇ ਕੀ ਅਸਰ ਪੈਂਦਾ ਵੀ ਇਹ ਕਿੱਦਾਂ ਗੱਲਬਾਤ ਕਰਦੇ ਨੇ? ਸ਼ਾਇਦ ਗੱਲਬਾਤ ਕਰਨ ਦਾ ਤਰੀਕਾ ਹੀ ਇਹ ਹੈ। ਤੁਸੀਂ ਕਦੀ ਬੱਚਿਆਂ ਨੂੰ ਗੱਲਬਾਤ ਕਰਨ ਦੇਖੋ ਜਿਹੜੇ ਵਿਗੜੇ ਹੋਏ ਨੇ, ਕਦੀ ਗੱਲਬਾਤ ਕਰਦੇ ਦੇਖੋ, ਔਰ ਤੁਹਾਨੂੰ ਮਤਲਬ ਸੁਣ ਕੇ ਸ਼ਰਮ ਆਉਂਦੀ ਹੁੰਦੀ ਹੈ, ਉਹਨਾਂ ਨੂੰ ਬੋਲਣ ਲੱਗੇ ਸ਼ਰਮ ਨਹੀਂ ਆਉਂਦੀ। ਮਤਲਬ ਇਦਾਂ ਦੀ ਸ਼ਬਦਾਵਲੀ ਔਰ ਇਦਾਂ ਦੇ ਵਿਚਾਰ ਦਿੰਦੇ ਨੇ ਉਹ ਵੀ। ਇਹ ਅਸਰ ਕਿੱਥੋਂ ਪੈਂਦਾ? ਇਹ ਵੱਡਿਆਂ ਤੋਂ ਸਿੱਖਦੇ ਨੇ। ਹੋ ਸਕਦਾ ਹੈ ਉਹ ਆਲੇ ਦੁਆਲੇ ਟੀਵੀ ਤੋਂ ਸਿੱਖਦੇ ਹੋਣ, ਜਿੰਨਾ ਐਕਸਪੋਜ਼ਰ ਹੈ, ਇੰਟਰਨੈਟ ਦਾ ਐਕਸਪੋਜ਼ਰ ਹੈ। ਹੋ ਸਕਦਾ ਉਹਨਾਂ ਦੀ ਫੈਮਿਲੀ ਦੇ ਵਿੱਚ ਇਦਾਂ ਗੱਲਬਾਤ ਕਰਦੇ ਹੋਣ। ਔਰ ਟੀਵੀ ਦੇ ਡਿਬੇਟਸ ਦੇ ਵਿੱਚ ਦੇਖੋ, ਜਿਹੜੇ ਕਈ ਚੈਨਲਸ ਦੇ ਉੱਤੇ ਅਸੀਂ ਦੇਖਦੇ ਹਾਂ, ਸੋ ਕਾਲਡ ਵੱਡੇ ਵੱਡੇ ਚੈਨਲਸ ਦੇਖਦੇ ਹਾਂ ਅਸੀਂ, ਉਹਨਾਂ ਉੱਤੇ ਡਿਬੇਟ ਦੇਖੋ, ਹਾਏ ਹਾਏ ਕਿੱਦਾਂ ਬੋਲਦੇ ਨੇ ਇੱਕ ਦੂਜੇ ਨੂੰ, ਕੀ ਬੋਲਦੇ ਨੇ, ਹੋਏ ਹੋਏ ਇਦਾਂ ਗੱਲ ਕਰਨੀ। ਕਿੱਥੇ ਬੈਠਾ ਹੋਇਆ? ਹੋ ਸਕਦਾ ਇਹ ਤੇਰੇ ਪਰਿਵਾਰ ਦਾ ਸੰਸਕਾਰ ਹੋਵੇ, ਤੇਰੀ ਫੈਮਿਲੀ ਦਾ ਸੰਸਕਾਰ ਹੋਵੇ, ਤੁਹਾਡੇ ਘਰ 'ਚ ਹੋ ਸਕਦਾ ਇਦਾਂ ਹੀ ਗੱਲਾਂ ਕਰਦੇ ਹੋਣ, ਪਰ ਇਸ ਵਕਤ ਤਾਂ ਤੂੰ ਪਬਲਿਕ ਤੇ ਹੈ, ਨੈਸ਼ਨਲ ਟੀਵੀ ਤੇ ਹੈ। ਇਹ ਕੀ ਸਟਾਈਲ ਹੈ ਗੱਲ ਕਰਨ ਦਾ? ਮਤਲਬ ਹੈਰਾਨੀ ਹੁੰਦੀ ਹੈ। ਵੈਸੇ ਜਿਸ ਤਰ੍ਹਾਂ ਪੁਲਿਸ ਦਾ ਕਹਿੰਦੇ ਨੇ, ਪੁਲਿਸ ਬੋਲਦੀ, ਪੁਲਿਸ ਨੂੰ ਤਾਂ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਕੰਟਰੋਲ ਕਰਨਾ ਦਾ, ਦਬਕਾ ਵੀ ਮਾਰਦੇ ਆ, ਧੱਕਾ ਮੁੱਕੀ ਵੀ ਕਰਦੇ ਆ, ਸਾਰਾ ਕੁਝ ਹੈਗਾ। ਨੇਤਾ ਨੇ ਜਿਹੜੇ, ਇਹ ਤਾਂ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ, ਪਬਲਿਕ ਦੇ ਲਈ ਬੈਠੇ ਆ ਉੱਥੇ ਪਾਰਲੀਮੈਂਟ ਵਿੱਚ। ਜੇ ਉਹ ਇਹ ਕਹਿ ਕੇ ਜਾਂ ਤੂੰ ਮੈਂ ਕਰਕੇ ਗੱਲ ਕਰਨਗੇ ਤੇ ਇਹ ਗੱਲ ਸ਼ੋਭਦੀ ਨਹੀਂ। ਔਰ ਇਸ ਖਿੱਤੇ ਵਿੱਚ ਖਾਸ ਤੌਰ ਤੇ ਕਿ ਜਿਸ ਜਗ੍ਹਾ ਤੇ ਬੈਠੇ ਜੇ, ਸੰਬੋਧਨ ਤੁਸੀਂ ਕਰ ਰਹੇ ਜੇ, ਔਰ ਮੋਦੀ ਸਾਹਿਬ ਮੱਧ ਪ੍ਰਦੇਸ਼ ਦੇ ਵਿੱਚ ਸੰਬੋਧਨ ਕਰ ਰਹੇ ਸੀ ਪਬਲਿਕ ਨੂੰ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਸਹਿਮਤੀ ਇਹਨਾਂ ਨੇ ਪ੍ਰਗਟਾਈ ਆ ਵੋਟਾਂ ਲਈ, ਔਰਤਾਂ ਦੇ ਜਿਹੜਾ ਸ਼ਕਤੀਕਰਨ ਲਈ, ਔਰ ਉਹਦੇ 'ਤੇ ਸਹਿਮਤੀ ਇਸ ਕਰਕੇ ਦਿੱਤੀ ਕਿ ਵੋਟ ਬੈਂਕ। ਇਹਨਾਂ ਭਲਿਆ ਮਾਨਸਾਂ ਨੂੰ ਪੁੱਛੇ ਕਿ ਜੇ ਤੁਸੀਂ ਬਿੱਲ ਲਿਆਂਦਾ 2014 ਤੋਂ ਕਿਹਾ ਸੀਗਾ, ਹੁਣ ਤੱਕ ਤੁਸੀਂ ਬਿੱਲ ਨਹੀਂ ਲਿਆਂਦਾ, ਜਦੋਂ ਵੋਟਾਂ ਆ ਗਈਆਂ ਨੇ, ਜਦੋਂ ਸਿਰ 'ਤੇ ਵੋਟਾਂ ਨੇ ਲੋਕ ਸਭਾ ਦੀਆਂ, ਉਦੋਂ ਤੁਸੀਂ ਇਹ ਬਿੱਲ ਪੇਸ਼ ਕਰ ਦਿੱਤਾ। ਤੇ ਕਾਂਗਰਸ ਦਾ ਕੋਈ ਦਿਮਾਗ ਖਰਾਬ ਹੋਇਆ ਸੀ ਕਿ ਉਹ ਇਹਨੂੰ ਰੋਕਣਗੇ? ਕਿਸੇ ਨੇ ਨਹੀਂ ਸੀ ਰੋਕਣਾ, ਕਿਉਂਕਿ ਔਰਤਾਂ ਉਹਨਾਂ ਲਈ ਵੀ ਹੈਗੀਆਂ, ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਨੇ ਵੀ ਟਿਕਟਾਂ ਦੇਣੀਆਂ ਔਰਤਾਂ ਨੂੰ, ਉਹਨਾਂ ਨੇ ਵੀ। ਜੇ 33% ਹੈਗਾ ਤੇ ਉਹਨਾਂ ਨੂੰ ਬਹੁਤ ਫਾਇਦਾ, ਉਹ ਵੀ ਜਿਹੜੀਆਂ ਔਰਤਾਂ ਨੂੰ ਲੈਣਗੇ। ਔਰ ਜੇ ਬੀਜੇਪੀ ਨੇ ਬਿੱਲ ਲਿਆਂਦਾ ਤੇ ਇਹ ਵੀ ਵੋਟ ਬੈਂਕ ਹੈਗਾ, ਲੋਕਾਂ ਨੇ ਕਿਹਾ ਇਹਦੇ ਬਾਰੇ ਕ੍ਰੈਡਿਟ ਲੈਣ ਵਾਸਤੇ, ਕ੍ਰੈਡਿਟ, ਔਰ ਇਹ ਗੱਲਾਂ ਵੀ ਕ੍ਰੈਡਿਟ ਲੈਣ ਵਾਸਤੇ ਨੇ ਕਿ ਕਾਂਗਰਸ ਨੇ ਮਜਬੂਰੀ 'ਚ ਹਿਮਾਇਤ ਕੀਤੀ ਹੈ। ਇਹ ਵੀ ਐਕਸਪਰਟਸ ਮੰਨਦੇ ਨੇ। ਮਤਲਬ ਮਜਬੂਰੀ 'ਚ ਕਿਉਂ ਹਿਮਾਇਤ ਕਰਨਗੇ? ਇਹ ਤੇ ਔਰਤਾਂ ਦਾ ਰਾਖਵਾਂਕਰਨ ਜਾਂ ਜਿਹਨੂੰ ਸਸ਼ਕਤੀਕਰਨ ਕਹਿੰਦੇ ਆ ਜਾਂ ਰਿਜ਼ਰਵੇਸ਼ਨ ਕਹਿੰਦੇ ਆ, ਇਹ ਤੇ ਸਾਡਾ ਬਹੁਤ ਪੁਰਾਣੇ ਮਸਲੇ ਨੇ। ਉਹ ਕਹਿੰਦੇ ਨੇ ਵੀ ਕਾਂਗਰਸ ਅਫਗਾਨਿਸਤਾਨ ਤੋਂ ਤਾਂ ਨਹੀਂ ਆਈ, ਅਫਗਾਨਿਸਤਾਨ ਤਾਲਿਬਾਨ ਨੇ ਔਰਤ ਨੂੰ ਅੱਗੇ ਨਹੀਂ ਆਉਣ ਦਿੱਤਾ। ਜੇ ਕਿਤੇ ਮਹਿਕਮੇ 'ਚ ਜੌਬ ਕਰਦੀਆਂ ਸੀ, ਜੌਬ ਬੰਦ, ਜੇ ਪੜ੍ਹਦੀਆਂ ਸੀ ਉਹ ਬੰਦ, ਜੇ ਇਲੈਕਸ਼ਨ ਦੇ ਵਿੱਚ ਆਉਂਦੀਆਂ ਸੀ ਉਹ ਬੰਦ, ਟੋਟਲ ਬੰਦ। ਇਹ ਅਫਗਾਨੀ ਸੋਚ ਨਹੀਂ ਹੈਗੀ, ਇਹ ਲੋਕਤੰਤਰ ਹੈ, ਇਹ ਇੰਡੀਆ ਵਾ। ਇਹਦੇ 'ਚ ਲੋਕ ਔਰਤ ਨੂੰ ਅੱਗੇ ਲਿਆ ਕੇ ਖੁਸ਼ ਹੋਣਾ ਚਾਹੁੰਦੇ ਨੇ, ਹਰ ਔਰਤ ਨੂੰ ਮਾਂ ਤੇ ਭੈਣ ਵਰਗਾ ਰਿਸ਼ਤਾ ਦਿੰਦੇ ਨੇ, ਔਰ ਉਹਦੇ ਲਈ ਹੈਗਾ। ਇਹਨਾਂ ਨੇ ਜਿਹੜੀ ਸੋਚ ਹੈ ਮੁਗਲਾਂ ਵਾਲੀ, ਪਠਾਨ ਵਾਲੀ, ਤੇ ਜਿਹੜੀ ਉਸ ਪਾਸੇ ਲੈਣ ਦੀ ਕਿ ਉਹ ਔਰਤ ਨੂੰ ਇਸ ਤਰ੍ਹਾਂ ਦਾ ਰੁਤਬਾ ਔਰ ਇਸ ਤਰ੍ਹਾਂ ਦਾ ਜਿਹੜਾ ਸਤਿਕਾਰ ਇੰਨਾ ਨਹੀਂ ਦਿੰਦੇ ਜੋ ਅਸੀਂ ਦਿੰਦੇ ਹਾਂ। ਦਿੰਦੇ ਤਾਂ ਉਹ ਵੀ ਹੈ, ਪਰ ਅਸੀਂ ਬਹੁਤ ਜ਼ਿਆਦਾ ਦਿੰਦੇ ਹਾਂ। ਔਰ ਇਹਦੇ ਵਿੱਚ ਕਾਂਗਰਸ ਤਾਂ ਇੰਡੀਆ ਦੀ ਕਾਂਗਰਸ ਹੈ, ਪੁਰਾਣੀ ਪਾਰਟੀ ਹੈ। ਬੀਜੇਪੀ ਤਾਂ ਜੇ ਆਈ ਨਹੀਂ ਸੀ ਜਦੋਂ ਪਹਿਲੀ ਪਾਰਟੀ ਹੈ, ਉਹਨਾਂ ਨੇ ਜੋ ਕੁਝ ਪਹਿਲਾਂ ਦਾ ਕੀਤਾ ਹੈਗਾ, ਬਹੁਤ ਕੁਝ ਕੀਤਾ, ਔਰ ਸੈਕੂਲਰ ਪਾਰਟੀ ਹੈ, ਔਰ ਗਰੀਬ ਦੀ ਜਿਹੜੀ ਹਮਾਇਤ ਕਰਦੀ ਹੈ। ਇਹ ਤਾਂ ਇੱਕ ਤਰ੍ਹਾਂ ਨਾਲ ਪੋਲੀਟੀਕਲ ਸਲੋਗਨ ਹੈ, ਕਿਉਂਕਿ ਇਲੈਕਸ਼ਨਸ ਨੇੜੇ ਨੇ। ਤੇ ਇਹ ਹੁਣ ਜਿਹੜਾ ਰਾਖਵਾਂਕਰਨ ਦਾ ਬਿੱਲ ਪਾਸ ਹੋਇਆ ਹੈ, ਬੀਜੇਪੀ ਇਹ ਸਾਰਾ ਕ੍ਰੈਡਿਟ ਆਪ ਲੈਣਾ ਚਾਹੁੰਦੀ ਹੈ ਤਾਂ ਕਿ ਇਹਦਾ ਅਸਰ ਪਵੇ 2024 ਦੀਆਂ ਇਲੈਕਸ਼ਨਸ ਦੇ ਉੱਤੇ। ਤੇ ਸਾਨੂੰ ਵੋਟਾਂ ਦਾ ਹੀ ਬੈਂਕ ਹੈ, ਵੋਟ ਬੈਂਕ ਦੀ ਸਾਰੀ ਰਾਜਨੀਤੀ ਹੋ ਰਹੀ ਹੈ। ਉਧਰ ਰਾਹੁਲ ਗਾਂਧੀ ਨੇ ਵੀ ਕਹਿ ਦਿੱਤਾ ਇਹਨਾਂ ਨੂੰ, ਉਹਦਾ ਵੀ ਬਿਆਨ ਹੈ ਨਵਾਂ ਹੀ। ਉਹਨੇ ਕਹਿਤਾ ਕਿ ਮੋਦੀ ਸਾਹਿਬ ਡਰ ਰਹੇ ਨੇ ਕਿ ਜਿਹੜਾ ਜਾਤੀ ਜਨਗਣਨਾ ਦਾ ਇਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਰਾਉਣੀ ਆ, ਔਰ ਉਹਦੇ ਵਿੱਚ ਨਿਤਿਸ਼ ਕੁਮਾਰ ਜੀ ਨੇ ਕਹਿਤਾ ਸੀ ਅਸੀਂ ਬਿਹਾਰ 'ਚ ਸਭ ਤੋਂ ਪਹਿਲਾਂ ਕਰ ਲਵਾਂਗੇ, ਉੱਥੋਂ ਦੇ ਮੁੱਖ ਮੰਤਰੀ 2 ਵਾਰੀ ਮੁੱਖ ਮੰਤਰੀ ਬਣੇ ਆ। ਉਹ 'ਚ ਲਾਲੂ ਯਾਦਵ ਜੀ ਨੇ ਕਹਿਤਾ ਕਿ ਸ਼ੁਰੂ ਅਸੀਂ ਬਿਹਾਰ ਤੋਂ ਕਰ ਦਾਂਗੇ, ਯੂਪੀ ਤੋਂ ਕਰ ਦਾਂਗੇ, ਜੋਗੀ ਸਾਹਿਬ ਨੂੰ ਮਨਾ ਲਓ। ਔਰ ਇਹ ਕਰਾ ਕੇ ਉਹ ਆਂਦੇ ਹੁਣ ਡਰ ਗਏ, ਇਹਨਾਂ ਨੇ ਬਿਲਕੁਲ ਬੰਦ ਹੀ ਕਰ ਦਿੱਤਾ। ਇਹ ਹੁਣ ਲੱਗਦਾ ਮਈ ਤੋਂ ਬਾਅਦ ਹੋਊਗਾ। ਐਕਚੁਅਲੀ ਜਿਹੜੀ ਇਹ ਜਾਤੀ ਦੀ ਜਨਗਣਨਾ ਹੈ ਨਾ, ਇਹ ਸਨ 1900 ਤੋਂ ਬਾਅਦ ਸ਼ੁਰੂ ਹੋਈ ਹੈ।
ਉਸ ਤੋਂ ਪਹਿਲਾਂ ਕਦੀ ਵੀ ਨਹੀਂ ਸੀ। ਅਸੀਂ ਤਾਂ ਕੰਮ ਧੰਦਿਆਂ ਦੇ ਆਧਾਰ ਦੇ ਉੱਤੇ ਇੱਕ ਦੂਜੇ ਨੂੰ ਜਾਣਦੇ ਸੀ, ਬਿਲਕੁਲ ਬਿਲਕੁਲ। ਪਰ ਇਹ 1901 ਤੋਂ ਬਾਅਦ ਕਿਤੇ ਜਾ ਕੇ ਇਹ ਸਿਸਟਮ ਆਇਆ ਹੈ ਔਰ ਅੰਗਰੇਜ਼ਾਂ ਨੇ ਜਾਤੀ ਦੇ ਆਧਾਰ ਦੇ ਉੱਤੇ ਜਨਗਣਨਾ ਕਰਵਾ ਕੇ ਫਿਰ ਸਾਨੂੰ ਆਪਸ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਪਰ ਇਹਦੇ 'ਚ ਇੱਕ ਫਾਇਦਾ ਹੈਗਾ ਉਹਨਾਂ ਨੂੰ, ਜਿੰਨੇ ਜਾਤੀ ਦੇ ਲੋਅਰ ਜਿਹੜੀ ਕਾਸਟ ਨਾਲ ਰਿਲੇਟਡ ਨੇ, ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲਦੀ ਆ, ਸਹੂਲਤਾਂ ਮਿਲਦੀਆਂ, ਬਹੁਤ ਲੋਕਾਂ ਨੂੰ ਨੀਲੇ ਕਾਰਡ ਦੇ ਦਾਣੇ ਮਿਲਦੇ ਆ। ਐਕਚੁਅਲੀ ਸਹੂਲਤਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਿਹੜੇ ਚਾਹੁੰਦੇ ਆ, ਜਿਨ੍ਹਾਂ ਨੂੰ ਜ਼ਰੂਰਤ ਹੈ, ਭਾਵੇਂ ਉਹ ਜਾਤੀ ਵਿੱਚ, ਭਾਵੇਂ ਉਹ ਉੱਚ ਜਾਤੀ ਹੈ, ਭਾਵੇਂ ਉੱਚ ਜਾਤੀ ਨਹੀਂ ਹੈ, ਜੋ ਵੀ ਸਿਸਟਮ ਬਣਿਆ ਹੋਇਆ, ਪਰ ਜਿਹੜਾ ਲੋੜਵੰਦ ਹੈ, ਇਕਨੋਮਿਕਲੀ ਵੀਕਰ ਸੈਕਸ਼ਨ ਹੈ, ਉਹਨਾਂ ਦੇ ਵਾਸਤੇ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨੇ। ਔਰ ਜਿੱਥੇ ਕਾਬਲੀਅਤ ਦੀ ਗੱਲ ਹੈ ਉੱਥੇ ਤੇ ਕਾਬਲੀਅਤ ਦੀ ਗੱਲ ਹੋਣੀ ਚਾਹੀਦੀ ਹੈ ਨਾ, ਉਹਦੇ ਨਾਲ ਤਾਂ ਕੰਪਰੋਮਾਈਜ਼ ਨਹੀਂ ਨਾ ਕਰ ਸਕਦੇ ਅਸੀਂ, ਕਿਉਂਕਿ ਦੇਸ਼ ਚਲਾਉਣਾ ਹੈ। ਹੁਣ ਜੇ ਤੁਸੀਂ ਕਹੋ ਕਾਬਲੀਅਤ ਦੇ ਵਿੱਚ ਵੀ ਰਿਜ਼ਰਵੇਸ਼ਨ ਆ ਜਾਵੇ ਫਿਰ ਤਾਂ ਮੁਸ਼ਕਿਲ ਹੋ ਜਾਏਗੀ। ਕਈ ਕਰੀਮੀ ਜਿਹੜੇ ਹੈਗੇ ਆ ਨਾ, ਜਿਹਨਾਂ ਨੂੰ ਕਰੀਮੀ ਕਿਹਾ ਜਾਂਦਾ, ਕਰੀਮ ਹੈ ਉਹ ਜੋ ਕੈਟਾਗਰੀ ਵਾਲੇ ਹੈਗੇ, ਉਹਨਾਂ ਨੂੰ ਨਹੀਂ ਚਾਹੀਦਾ ਹੈਗਾ, ਕੋਈ ਤਾਂ ਬੜੇ ਆਰਥਿਕ ਤੌਰ ਤੇ ਪਹਿਲਾਂ ਹੀ ਉੱਪਰ ਚੜੇ ਹੋਇਆ ਔਰ ਉਹਨਾਂ ਦੀ ਆਰਥਿਕਤਾ ਦੇ ਹਿਸਾਬ ਨਾਲ ਸਟੇਟਸ ਬਹੁਤ ਅੱਛਾ। ਔਰ ਇਹਨਾਂ ਨੇ, ਰਾਹੁਲ ਗਾਂਧੀ ਨੇ ਤਦ ਕਿਹਾ ਕਿ ਇਹਨਾਂ ਨੇ ਮੈਨੀਫੈਸਟੋ 'ਚ ਕਿਹਾ ਸੀ ਕਿ ਅਸੀਂ ਆਪਣੀ ਚੋਣ ਤੋਂ ਬਾਅਦ ਜਦੋਂ ਸਾਡਾ ਰਾਜ ਲਾਗੂ ਹੋ ਜਾਊਗਾ, ਅਸੀਂ ਇਹਦੇ 'ਚ ਜਾਤੀ ਜਨਗਣਨਾ ਲਵਾਂਗੇ ਔਰ ਉਹਦੇ 'ਚ ਸੈਂਸਸ ਕਰਾਵਾਂਗੇ, ਪਤਾ ਕਰਾਂਗੇ। ਬੰਦੇ ਹੁਣ ਕਿਉਂ ਚੁੱਪ ਹੋ ਗਏ? ਉਹ ਵਿਰੋਧੀ ਧਿਰ, ਉਹਨਾਂ ਤੇ ਕਹਿਣਾ ਹੀ ਹੈਗਾ ਵਿਰੋਧੀ। ਜਦੋਂ ਤੱਕ ਸਭ ਕੁਝ ਪੋਲੀਟੀਕਲੀ ਮੋਟੀਵੇਟਡ ਹੋਏਗਾ, ਸਾਰੇ ਜਾਣੇ ਆਪਣੇ ਰਾਜਨੀਤਿਕ ਫਾਇਦੇ ਨੂੰ ਸਾਹਮਣੇ ਰੱਖ ਕੇ ਕੋਈ ਵੀ ਕੰਮ ਕਰਨਗੇ, ਉਦੋਂ ਤੱਕ ਦੇਸ਼ ਦਾ ਭਲਾ ਨਹੀਂ ਹੋਣਾ। ਜਦੋਂ ਤੁਸੀਂ ਰਾਜਨੀਤਿਕ ਫਾਇਦੇ ਨੂੰ ਪਾਸੇ ਕਰਕੇ ਵਾਕਈ ਸੱਚੇ ਦਿਲੋਂ ਦੇਸ਼ ਦਾ ਭਲਾ ਕਰਨ ਵੱਲ ਤੁਰਦੇ ਹੋ, ਉਦੋਂ ਹੀ ਦੇਸ਼ ਦਾ ਭਲਾ ਹੁੰਦਾ ਹੈ। ਹੁਣ ਸਾਰੇ ਜਾਣੇ ਆਪਣਾ ਆਪਣਾ ਇੰਟਰਸਟ ਦੇਖਦੇ ਪਏ ਨੇ, ਮੈਨੂੰ ਕੀ ਫਾਇਦਾ, ਮੈਨੂੰ ਕੀ ਫਾਇਦਾ। ਹੁਣ ਜੇ ਫਾਇਦੇ ਹੀ ਲੱਭਣ ਲੱਗ ਪੋਗੇ, ਫਿਰ ਦੇਸ਼ ਨੂੰ ਫਾਇਦਾ ਕੌਣ ਦੇਖੇਗਾ? ਇਹ ਕੁਐਸਚਨ ਹੈ, ਇਟ ਇਜ਼ ਦਾ ਕੁਐਸਚਨ। ਦੇਸ਼ ਦਾ ਫਾਇਦਾ ਕੌਣ ਦੇਖ ਰਿਹਾ? ਦੈਟ ਇਜ਼ ਦਾ ਕੁਐਸਚਨ। ਸਾਰੇ ਦਿਖਾਣਾ ਇਹੀ ਚਾਹੁੰਦੇ ਨੇ ਕਿ ਅਸੀਂ ਸਾਰੇ ਦੇਸ਼ ਦਾ ਫਾਇਦਾ ਦੇਖਦੇ ਪਏ ਹਾਂ, ਬਟ ਨਹੀਂ, ਅੰਦਰੋਂ ਆਪਣਾ ਫਾਇਦਾ ਦੇਖ ਰਹੇ ਨੇ, ਆਪਣਾ ਪੋਲੀਟੀਕਲ ਮੋਟਿਵ, ਆਪਣਾ ਪੋਲੀਟੀਕਲ ਏਜੰਡਾ ਹੱਲ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜੇ ਦੇਸ਼ ਦਾ ਫਾਇਦਾ, ਦੇਸ਼ ਦਾ ਭਲਾ ਸੋਚਦੇ ਹੋਣ ਤਾਂ ਜੋ ਕੁਝ ਹੋਇਆ ਹੈ ਦੇਸ਼ ਦੇ ਅੰਦਰ ਤਰੱਕੀ ਦਾ ਸਾਰਾ, ਉਸ ਤੋਂ ਕਿਤੇ ਵੱਧ ਹੋਇਆ ਹੁੰਦਾ। ਜੋ ਕੁਝ ਵੀ ਹੋਇਆ ਹੈ ਤਰੱਕੀ ਦਾ ਸਾਰਾ ਕਾਰੋਬਾਰ, ਤਰੱਕੀ ਦਾ ਸਾਰਾ ਬੰਦੋਬਸਤ, ਜਾਂ 에ਅਰਪੋਰਟਸ ਬਣੇ ਨੇ, ਵੱਡੇ ਵੱਡੇ ਇੰਸਟੀਚਿਊਟਸ ਬਣੇ ਨੇ, ਜੋ ਕੁਝ ਵੀ ਤਰੱਕੀ ਦਾ ਸਾਰਾ ਕਾਰੋਬਾਰ ਹੋਇਆ, ਉਸ ਤੋਂ ਕਿਤੇ ਵੱਧ ਹੋਇਆ ਹੁੰਦਾ ਜੇ ਸਿਰਫ ਦੇਸ਼ ਦਾ ਸੋਚਿਆ ਹੁੰਦਾ। ਬਿਲਕੁਲ। ਸੋ ਆਪਾਂ ਅੱਗੇ ਚੱਲੀਏ ਜੀ। ਜੀ ਜੀ। ਅੱਗੇ ਪੰਜਾਬ ਦੇ ਮਸਲਿਆਂ ਤੇ ਆਉਂਦੇ ਹਾਂ। ਹੁਣ ਆਹ ਦੇਖੋ ਨਾ, ਇੱਕ ਤਾਂ ਉਹੀ ਆਪਣਾ ਫਾਇਦਾ, ਆਪਣਾ ਫਾਇਦਾ। ਬਾਜਵਾ ਦਾ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ, ਇਹ ਭਗਵੰਤ ਮਾਨ ਕਹਿ ਰਹੇ ਨੇ। ਹਾਂ, ਇਹਨਾਂ ਦੀ ਬੜੀ ਦੇਰ ਤੋਂ ਸ਼ਬਦੀ ਜੰਗ ਚੱਲ ਰਹੀ ਸੀ ਆਪੋ ਵਿੱਚ, ਜਿਸ ਤਰ੍ਹਾਂ ਨਵਜੋਤ ਸਿੱਧੂ ਨਾਲ ਵੀ ਰਿਹਾ ਔਰ ਅਮਰਿੰਦਰ ਬਵੇਜਾ ਨਾਲ ਵੀ ਰਿਹਾ, ਬੜਿੰਗ ਸਾਹਿਬ ਉਹਨਾਂ ਨਾਲ ਰਿਹਾ, ਔਰ ਇਹ ਕਰਦਿਆਂ ਹੁਣ ਸ਼ਬਦੀ ਜੰਗ ਇਹਨਾਂ ਦੀ ਬਹੁਤ ਤੇਜ਼ ਹੋ ਗਈ ਆ। ਔਰ ਇਹਨਾਂ ਨੇ ਭਗਵੰਤ ਮਾਨ ਨੂੰ ਕਿਹਾ ਸੀਗਾ ਕਿ ਤੁਸੀਂ ਚੁਟਕਲਿਆਂ ਨਾਲ ਹੀ ਸਰਕਾਰ ਚਲਾਉਂਦੇ ਜੇ, ਤੁਹਾਡੇ 'ਚ ਕੋਈ ਉਹ ਸੀਰੀਅਸਨੈਸ ਨਹੀਂ ਹੈਗੀ, ਔਰ ਤੁਸੀਂ ਜੋ ਕੁਝ ਕੰਮ ਕਰ ਰਹੇ ਜੇ, ਅਜੇ ਤੱਕ ਨਾ ਤਾਂ ਤੁਸੀਂ ਨਸ਼ਾ ਨੂੰ ਰੋਕ ਸਕੇ ਜੇ, ਨਾ ਤੁਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਾ ਸਕੇ ਜੇ, ਨਾ ਕੋਈ ਐਜੂਕੇਸ਼ਨ ਦਾ ਸਟੇਟਸ ਬਣਾ ਸਕੇ ਜੇ। ਔਰ ਭਗਵੰਤ ਮਾਨ ਨੇ ਉੱਧਰੋਂ ਜਵਾਬ ਦਿੱਤਾ ਸੀਗਾ ਕਿ ਮੈਂ ਜੋ ਕੁਝ ਕਰ ਲਿਆ ਹੈਗਾ ਉਹ ਤੁਹਾਡੇ ਕੋਲ ਸ਼ਾਇਦ ਨਹੀਂ ਹੋਇਆ, ਔਰ ਕਾਂਗਰਸ ਬੜੀ ਦੇਰ ਰਹੀ ਹੈ, ਔਰ ਉਹ ਮੈਂ ਸਾਰਾ ਕੁਝ ਕਰ ਚੁੱਕਿਆ ਜਿਹਦੇ ਵਿੱਚ 1.5 ਸਾਲ 'ਚ, ਔਰ ਉਹਦੇ ਵਿੱਚ ਜੋ ਕੁਝ ਮੈਨੂੰ ਕੇਂਦਰ ਵੱਲੋਂ ਨਹੀਂ ਕੁਝ ਮਿਲ ਰਿਹਾ ਜਾਂ ਮਿਲ ਰਿਹਾ ਹੈਗਾ, ਮੈਂ ਉਹਦੇ ਤੋਂ ਬਿਲਕੁਲ ਵਾਕਫ ਹੈਗਾ। ਔਰ ਤੁਸੀਂ ਆਂਦਾ ਤੁਹਾਡੀ ਜਿਹੜੀ ਸ਼ਬਦੀ ਜੰਗ ਨੇ ਜਿਹੜਾ ਹੈਗਾ ਮੈਨੂੰ ਇਸ ਪਾਸੇ ਲਿਆਉਣ ਦਾ ਜਿਹੜਾ ਯਤਨ ਕੀਤਾ, ਮੈਂ ਆਂਦਾ 3.5 ਕਰੋੜ ਜਿਹੜੇ ਲੋਕ ਨੇ ਉਹਨਾਂ ਦਾ ਨੁਮਾਇੰਦਾ, ਉਹਨਾਂ ਦਾ ਪ੍ਰਤੀਨਿਧ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਮੈਨੂੰ ਚੁਣ ਕੇ ਇੱਥੇ ਭੇਜਿਆ, ਮੈਂ ਉਹਨਾਂ ਲਈ ਜਵਾਬ ਦਿਆਂ, ਤੁਹਾਡੇ ਲਈ ਜਵਾਬਦੇਹ ਨਹੀਂ ਹੈਗੀ। ਤੁਸੀਂ ਭਾਵੇਂ ਰਾਜਸੀ ਨੇਤਾ ਜੇ, ਤੁਸੀਂ ਜਿਹੜੇ ਵਿਰੋਧੀ ਧਿਰ ਦੇ ਆਗੂ ਜੇ, ਪਰ ਤੁਸੀਂ ਜੋ ਕੁਝ ਕਹਿ ਰਹੇ ਜੇ ਇਹ ਬਿਲਕੁਲ ਇੱਕ ਵਿਅਕਤੀਗਤ ਤੌਰ ਤੇ ਮੇਰੇ ਨਾਲ ਟਕਰਾਅ ਹੈਗਾ। ਤੁਸੀਂ ਜੇ ਮੈਨੂੰ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਜੇ, ਇਹੀ ਗੱਲ ਗਵਰਨਰ ਸਾਹਿਬ ਨੂੰ ਕਹੋ, ਜਿਹੜੇ ਚਿੱਠੀਆਂ ਲਿਖਦੇ ਨੇ, ਚਿੱਠੀਆਂ ਮੋੜਦੇ ਨੇ, ਉਹਦੇ ਵਿੱਚ ਬਾਕੀ ਜਿਹੜੀਆਂ ਚੀਜ਼ਾਂ ਨੂੰ ਓਲੇ ਕਰ ਦਿੰਦੇ ਨੇ, ਜੋ ਸਾਨੂੰ ਹਦਾਇਤਾਂ ਦਿੱਤੀਆਂ ਨੇ ਕੇਂਦਰ ਨੇ, ਉਹਨਾਂ ਨੂੰ ਅੱਖੋਂ ਪਰੋਖਿਆਂ ਕਰਦੇ ਜੇ। ਉਹਦੇ ਨਾਲ ਤੁਸੀਂ ਨਾ ਤਾਂ ਤੁਹਾਡੇ ਜਿਹੜੇ ਇੱਥੋਂ ਦੇ ਨੇਤਾ ਨੇ ਨਾਲ ਦੇ, ਤੁਹਾਡਾ ਗਰੁੱਪ ਹੈਗਾ ਨਵਜੋਤ ਸਿੱਧੂ ਜੀ, ਉਹਨਾਂ ਨੇ ਕਦੀ ਗੱਲ ਕੀਤੀ ਆ, ਨਾ ਤੁਸੀਂ ਗੱਲ ਕੀਤੀ ਆ। ਔਰ ਜੇ ਇਹੋ ਗੱਲ ਆ, ਤੁਸੀਂ ਹਾਈ ਕਮਾਂਡ ਨਾਲ ਗੱਲ ਕਰਕੇ ਵੇਖੋ ਉਹ ਕੀ ਚਾਹੁੰਦੇ ਆ। ਉਹ ਆਪ ਨਾਲ ਗੱਠਜੋੜ ਬਣਾ ਲਿਆ ਵਾ, ਤੇ ਤੁਸੀਂ ਇੰਨੀਆਂ ਦੂਰੀਆਂ ਬਣਾ ਕੇ ਮੇਰੇ ਨਾਲ ਬੈਠੇ ਜੇ, ਔਰ ਇਸ ਦੂਰੀਆਂ ਨੇ ਲੋਕਾਂ ਦੀ ਜਿਹੜੀ ਆ ਨਜ਼ਰ ਆ ਤੁਹਾਡੇ ਤੋਂ ਦੂਰ ਲੈ ਜਾਣੀ ਆ। ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਵੇਖੋ 13 ਸੀਟਾਂ ਹੈਗੀਆਂ, 13 'ਚੋਂ ਤੁਸੀਂ ਦੇਖੋ ਕਿੰਨੀਆਂ ਲੈਂਦੇ ਤੇ ਅਸੀਂ ਕਿੰਨੀਆਂ ਲੈਂਦੇ ਆ। ਇਹਦੇ ਵਿੱਚ ਵੀ ਨਿਬੇੜਾ ਵੀ ਲੋਕ ਕਿਹਦੇ ਵੱਲ ਹੈਗੇ, ਉਹਨਾਂ ਨੇ ਇਸੇ ਗੱਲ ਕੀਤੀ ਆ। ਔਰ ਉਹਨਾਂ ਨੇ ਕਿਹਾ ਮੈਂ ਚੁਟਕਲੇ ਜਿਹੜੇ ਹੈਗੇ ਆ, ਮੈਂ ਸਟੇਜ 'ਤੇ ਕੰਮ ਕਰਦਾ ਰਿਹਾ, ਚੁਟਕਲੇ ਕਹਿਣਾ ਜਾਂ ਲੋਕਾਂ ਨੂੰ ਹਸਾਉਣਾ ਮੇਰਾ ਥੋੜ੍ਹਾ ਜਿਹਾ ਵੱਸ ਤੋਂ ਬਾਹਰ ਆ। ਮੈਂ ਗੱਲ ਕਰਕੇ ਲਾਈਟ ਵੀ ਕਰਦਾ, ਸੀਰੀਅਸ ਵੀ ਕਰਦਾ, ਸਾਰੀਆਂ ਗੱਲਾਂ ਕਰਦਾ।
ਤੁਸੀਂ ਲੋਕਾਂ ਨੂੰ ਕਹਿੰਦਾ ਸੀਰੀਅਸ ਕਰ ਰੱਖਦੇ ਜੇ, ਗੰਭੀਰ ਅਵਸਥਾ 'ਚ ਵੀ ਪਾ ਦਿੰਦੇ ਜੇ, ਔਰ ਲੋਕ ਬੁੱਲਾਂ 'ਤੇ ਉਂਗਲੀਆਂ ਰੱਖ ਕੇ ਸੋਚਣਾ ਸ਼ੁਰੂ ਕਰ ਦਿੰਦੇ, ਤੇ ਮੈਂ ਹਸਾਉਣਾ ਵਾਂ ਉਹਦੇ ਨਾਲ। ਮੈਂ ਕੰਮ ਵੀ ਕਰਦਾ ਵਾਂ, ਮੇਰੇ ਕੰਮ ਬੋਲਦੇ ਆ ਉਹਨਾਂ ਨੇ। ਆਪਸੀ ਇਹਨਾਂ ਦੀ ਸ਼ਬਦੀ ਜੰਗ ਹੀ ਹੈਗੀ ਆ, ਜਦੋਂ ਕਿ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਜੇ ਗੱਲ ਕਹਿ ਕੇ ਤਾਂ ਗਵਰਨਰ ਨਾਲ ਗੱਲ ਕਰੋ। ਉਹਨਾਂ ਨੇ ਜੋ ਕੁਛ ਸਾਡੇ ਲਈ ਰੋਕ ਦਿੰਦੇ ਆ, ਮੈਂ ਉਹਨਾਂ ਤੋਂ ਭੀਖ ਤਾਂ ਮੰਗਦਾ ਨਹੀਂ, ਮੈਂ ਕੇਂਦਰ ਨੂੰ ਕਹਿ ਦਿੱਤਾ, ਕੇਂਦਰ ਨਾਲ ਮੇਰੀ ਗੱਲਬਾਤ ਹੋਈ ਆ, ਮੈਂ ਸਾਰੇ ਫੰਡ ਉਹਨਾਂ ਕੋਲ ਰਿਲੀਜ਼ ਕਰਾ ਦੇਣੇ ਆ। ਤੁਹਾਡਾ ਇੱਕ ਬਿਆਨ ਨਹੀਂ ਜਾਂਦਾ ਕਿਸੇ ਵੀ ਵਿਰੋਧੀ ਦਲ ਦਾ, ਨਾ ਬੀਜੇਪੀ ਦਾ ਸੁਨੀਲ ਜਾਖੜ ਸਾਹਿਬ ਦਾ, ਨਾ ਤੁਹਾਡਾ, ਨਾ ਨਵਜੋਤ ਸਿੱਧੂ ਦਾ। ਕਹਿੰਦਾ ਮੈਂ ਇਕੱਲਾ ਹੀ ਲੜ ਰਿਹਾ ਔਰ ਮੈਂ ਲੜਦਾ ਰਹੂੰਗਾ, ਮੇਰੇ ਬਾਕੀ ਜਿਹੜੇ 3.5 ਸਾਲ ਮੈਂ ਉਹਨਾਂ 'ਚ ਪੂਰੇ ਦਾ ਪੂਰਾ ਕਰਕੇ ਰੱਖੂੰਗਾ। ਇਹ ਗੱਲਾਂ ਇਹਨਾਂ ਦੀਆਂ ਦੋਵਾਂ ਧਿਰਾਂ ਦੀਆਂ ਆਪਸੀ ਸ਼ਬਦੀ ਜੰਗ ਜਿਹੜੀ ਹੈ ਸਿਖਰਾਂ 'ਤੇ ਪਹੁੰਚੀ ਸੀ। ਬਿਲਕੁਲ ਸਹੀ ਗੱਲ ਹੈ ਜੀ। ਔਰ ਕਈ ਵਾਰ ਨਾ ਮੈਂ ਦੇਖਦਾ ਉਹ ਨਵਜੋਤ ਸਿੱਧੂ ਵੀ, ਕਈ ਵਾਰ ਨਵਜੋਤ ਸਿੰਘ ਸਿੱਧੂ ਵੀ ਪਤਾ ਨਹੀਂ ਕੀ ਕੁਝ ਬੋਲ ਜਾਂਦੇ। ਆਹੋ ਆਹੋ, ਠੀਕ ਹੈ ਨਾ, ਸਹੀ ਗੱਲ। ਉਧਰੋਂ ਮਜੀਠੀਆ ਸਾਹਿਬ ਪਤਾ ਨਹੀਂ ਕੀ ਕੁਝ ਬੋਲ ਜਾਂਦੇ, ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਪਤਾ ਨਹੀਂ ਕੀ ਕੁਝ ਬੋਲ ਜਾਂਦੇ ਨੇ, ਔਰ ਮਾਨ ਸਾਹਿਬ ਵੀ ਗੱਲ ਕਰ ਹੀ ਦਿੰਦੇ ਨੇ, ਸਾਰੇ ਬੋਲ ਜਾਂਦੇ ਨੇ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਇਹ ਏਡੇ ਏਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਲੋਕ, ਇਹ ਮੈਂਟਲੀ ਕਿੰਨੇ ਕੁ ਮੈਚਿਓਰ ਨੇ। ਤਮਾਸ਼ਾ ਬਣਾਇਆ ਹੁੰਦਾ ਨਾ ਸਟੇਜ ਤੇ, ਇਹ ਦਿਮਾਗੀ ਤੌਰ ਤੇ, ਆਈਕਿਊ ਲੈਵਲ ਦੇ ਤੌਰ ਦੇ ਉੱਤੇ ਇਹ ਕਿੰਨੇ ਕੁ ਮੈਚਿਓਰ ਲੋਕ ਨੇ ਜਿਹੜੇ ਐਦਾਂ ਦੀਆਂ ਗੱਲਾਂ ਕਰ ਜਾਂਦੇ ਨੇ। ਮੈਂ ਕਈ ਵਾਰ ਇਹ ਸੋਚਦਾ ਸਿਰਫ ਤੇ ਸਿਰਫ ਜਿਹੜੀ ਐਜੂਕੇਸ਼ਨ ਦੀ ਵੀ ਘਾਟ ਹੁੰਦੀ ਹੈ। ਵੈਸੇ ਸੁਖਬੀਰ ਬਾਦਲ ਸਾਹਿਬ ਤਾਂ ਬਹੁਤ ਕਨਵੈਂਟ ਸਕੂਲ ਦੇ ਸਨਾਵਰ ਦੇ ਪੜ੍ਹੇ ਆ, ਇੰਗਲਿਸ਼ ਵੀ ਬਹੁਤ ਅੱਛੀ ਹੈ, ਬਹੁਤ ਵਧੀਆ ਐਜੂਕੇਸ਼ਨਿਸਟ ਆ। ਔਰ ਜੇ ਅਸੀਂ ਗੱਲ ਕਰੀਏ ਸਾਡੇ ਜਿਹੜੇ ਮੁੱਖ ਮੰਤਰੀ, ਇਹ ਨਹੀਂ ਐਜੂਕੇਸ਼ਨ ਨਹੀਂ ਉਹਨਾਂ ਦੇ ਬਰਾਬਰ ਦੇ ਵਿੱਚ। ਇਹ ਤਾਂ ਜਿੰਨਾ ਕਿ ਵੀ ਹੈਗਾ +2 ਤੱਕ ਇਹਨਾਂ ਦੀ ਐਜੂਕੇਸ਼ਨ, ਕਮਰਸ ਜੋ ਵੀ ਹੈ, ਮੈਨੇ ਐਜੂਕੇਸ਼ਨ ਕੰਮ ਕਰਦੀ ਇਹਦੇ 'ਚ। ਜਿਹੜੀ ਐਜੂਕੇਸ਼ਨ ਹੈ ਜ਼ਰੂਰੀ ਆ। ਅਮਰਿੰਦਰ ਸਿੰਘ ਕੈਪਟਨ ਨੂੰ ਵੀ ਬੜੇ ਪੜ੍ਹੇ ਲਿਖੇ ਸੀਗੇ। ਘੱਟੋ ਘੱਟ ਤੁਹਾਨੂੰ ਇੰਗਲਿਸ਼ ਤਾਂ ਬੋਲਣੀ ਆਉਣੀ ਚਾਹੀਦੀ ਹੈ ਨਾ। ਤੁਸੀਂ ਬਾਹਰਲੇ ਕੰਟਰੀ ਦੇ ਲੋਕਾਂ ਨਾਲ ਗੱਲ ਕਰ ਰਹੇ ਹੋ, ਜੇ ਤੁਸੀਂ ਟੁੱਟੀ ਫੁੱਟੀ ਇੰਗਲਿਸ਼ ਗੱਲ ਕਰੋਗੇ, ਮੋਦੀ ਸਾਹਿਬ ਕੋ ਇੰਗਲਿਸ਼ ਨਹੀਂ ਗੱਲ ਹੁੰਦੀ ਉੱਥੇ। ਵਿਚਾਰ ਨੇ ਤੂੰ ਤੜਾਕ, ਇਹ ਕੋਈ ਗੱਲਾਂ ਨੇ। ਹੁਣ ਜੇ ਕੋਈ ਬੰਦਾ ਕਵੇ, ਮਾਨ ਸਾਹਿਬ ਨੇ ਕਿਹਾ ਬਾਜਵਾ ਦਾ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਏਗਾ, ਤੇ ਅੱਗੋਂ ਕੋਈ ਕਵੇ ਤੁਹਾਡਾ ਤੇ ਹੋ ਗਿਆ ਨਾ, ਬਾਜਵਾ ਦਾ ਨਹੀਂ ਹੋਏਗਾ, ਤੁਹਾਡਾ ਤੇ ਹੋ ਗਿਆ ਨਾ। ਮਤਲਬ ਇਹ ਕੋਈ ਗੱਲ ਕਰਨ ਵਾਲੀ, ਪਰ ਉਹਨਾਂ ਨੇ ਇਹ ਸੰਕੇਤ ਦਿੱਤਾ ਵੀ ਤੁਸੀਂ ਮੁੱਖ ਮੰਤਰੀ ਬਣਨ ਵਾਲੀ ਕੁਰਸੀ ਵਾਲੇ ਪਾਸੇ ਸਾਰੇ ਬਿਆਨ ਛੱਡ ਰਹੇ ਜੀ। ਗੱਲ ਤਾਂ ਇਹੀ ਹੁੰਦੀ ਹੈ। ਲੜਾਈ ਕਾਹਦੀ ਹੈ? ਪਾ ਕੇ ਕੁਰਸੀ ਦੀ ਲੜਾਈ ਹੈ, ਕੁਰਸੀ ਦੀ ਲੜਾਈ ਹੈ ਨਾ। ਉਹਦੇ ਕੋਲ ਪੰਗਾ ਤੇ ਚੌਧਰ ਦੀ ਭੁੱਖ ਦਾ ਹੈਗਾ। ਜਿਹੜੇ ਨਵਜੋਤ ਸਿੱਧੂ ਨੂੰ ਸੁਣੋਗੇ, ਵੜਿੰਗ ਸਾਹਿਬ ਨੂੰ ਸੁਣੋਗੇ, ਤੇ ਸਿਰਫ ਇਸ ਕਰਕੇ ਉਹਨਾਂ ਤੇ ਸੁੱਟਦੇ ਸਾਰਾ ਕੁਝ ਬਿਆਨਬਾਜ਼ੀ ਜਾਂ ਆਪਣੇ ਐਲਾਨਨਾਮੇ, ਕਿ ਲੋਕਾਂ ਨੂੰ ਪਤਾ ਲੱਗੇ ਵੀ ਕਮਲੇ ਆ, ਇਹਨਾਂ ਕੋਈ ਕੰਮ ਨਹੀਂ ਹੋ ਰਿਹਾ, ਅਸੀਂ ਠੀਕ ਹਾਂ, ਅਸੀਂ ਸੁਚੱਜੇ ਹਾਂ, ਅਸੀਂ ਤਾਂ ਕੁਰਸੀ ਤੋਂ ਬਾਹਰ ਹਾਂ, ਤੇ ਸਾਨੂੰ ਮੌਕਾ ਦੇਣਗੇ। ਆਪਣੇ ਮੌਕੇ ਦੀ ਤਲਾਸ਼ ਦੀ ਗੱਲ ਹੁੰਦੀ ਹੈ, ਇੱਥੋਂ ਹੀ ਲੜਾਈ ਹੈ। ਇਹੀ ਗੱਲ ਹੈ। ਕਈ ਵਾਰ ਤੇ ਇਹ ਵੀ ਸਵਾਲ ਉੱਠਦੇ ਨੇ ਕਿ ਤੁਹਾਡੇ ਆਮ ਆਦਮੀ ਪਾਰਟੀ ਕੋਲ ਕੁੰਵਰ ਵਿਜੇ ਪ੍ਰਤਾਪ ਇੰਨੇ ਕਾਬਿਲ ਬੰਦੇ ਬੈਠੇ ਨੇ, ਉਹਨਾਂ ਕੋਲ ਕੋਈ ਪੋਰਟਫੋਲੀਓ ਕਿਉਂ ਨਹੀਂ ਹੈਗਾ? ਸਹੀ ਗੱਲ, ਇਹ ਗੱਲ ਤੁਹਾਡੀ ਸਹੀ ਹੈ। ਉਹ IPS ਆ, ਔਰ ਤੁਸੀਂ ਜਿਹੜੀ ਕੈਬਨਿਟ ਦਾ ਮੰਤਰੀ ਬਣਾ ਦਿੱਤਾ, ਉਹ DSP ਰਿਟਾਇਰ ਹੋਏ ਆ, ਉਹ ਬਣਾ ਦਿੱਤੇ, ਜਿਨ੍ਹਾਂ ਦੇ ਵਿੱਚੋਂ ਜਿਹੜੇ ਲੋਅਰ ਰੈਂਕ ਦੇ ਬਣਾ ਦਿੱਤੇ ਗਏ, ਜਿਹੜੇ ਹਾਇਰ ਰੈਂਕ ਦੇ ਆ ਉਹਨਾਂ ਨੂੰ ਨਹੀਂ। ਇਸ ਕਰਕੇ ਉਹਨਾਂ ਨੇ ਕਿਹਾ ਕਿ ਦਖਲਅੰਦਾਜ਼ੀ ਕਰਨਗੇ, ਇਹ ਸਾਨੂੰ ਪੁੱਛਣਗੇ, ਹੈ ਨਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੁਣੇ ਹੀ ਕਹਿ ਦਿੱਤਾ ਸੀ ਕਿ ਜਿਹੜਾ ਤੁਸੀਂ ਐਮੀਨੈਂਸ ਸਕੂਲ ਬਣਾਉਂਦੇ, ਉਹੀ ਆ ਬਿਲਡਿੰਗ, ਉਹੀ ਆ ਕਿਤਾਬਾਂ, ਉਹੀ ਆ ਸਕੂਲ, ਉਹੀ ਆ। ਫਿਰ ਇਹਨਾਂ ਨੂੰ ਥੋੜ੍ਹੀ ਜਿਹੀ ਉਹ ਜਿਹੜੀ ਹੈਗੀ ਆ ਲੱਗੀ ਗੁੱਸਾ, ਨਾਰਾਜ਼ਗੀ ਕਿ ਵੀ ਇਹ ਕਿਉਂ ਕਰ ਰਹੇ, ਸਾਡੀ ਪਾਰਟੀ ਦੇ ਆ, ਜਿਹਦੇ ਵਿੱਚ ਇਹਨਾਂ ਦੇ ਨਾਲ ਮੰਤਰੀ ਵੀ ਸੀਗੇ, ਔਰ ਸਾਰਿਆਂ ਰਲ ਕੇ ਕੀਤਾ, ਔਰ ਉਹਨਾਂ ਨੇ ਪੋਸਟਾਂ ਪਾਈਆਂ ਉਹਦੇ 'ਤੇ। ਇਹ ਆਪਣੇ ਜਦੋਂ ਹੁੰਦੇ ਆ ਨਾ, ਘਰ ਦਾ ਭੇਤੀ ਲੰਕਾ ਢਾਏ ਵਾਲੀ ਗੱਲ ਹੁੰਦੀ ਹੈ ਇਹ ਸਾਰਾ ਕੁਝ। ਤਾਂ ਹੀ ਮੈਂ ਕਹਿਣਾ ਨਾ ਕਿ ਇਹ ਜਦੋਂ ਆਪਾਂ ਸੋਚਦੇ ਆ ਨਾ ਕਿ ਇਹ ਕਿਸ ਲੈਵਲ ਦਾ ਸੋਚਦੇ ਨੇ, IQ ਲੈਵਲ ਕਿਸ ਲੈਵਲ ਦਾ ਹੈ ਇਹਨਾਂ ਦਾ, ਮੈਚਿਓਰਿਟੀ, ਦਿਮਾਗੀ ਮੈਚਿਓਰਿਟੀ ਕਿਸ ਲੈਵਲ ਦੀ, ਜਦੋਂ ਮੈਂ ਗੱਲ ਕਰਦਾ ਤਾਂ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਜਿਵੇਂ ਨਿੱਕੇ ਨਿੱਕੇ ਨਿਆਣੇ ਨਹੀਂ ਆਪਸ 'ਚ ਲੜਦੇ ਹੁੰਦੇ, ਮਿੱਟੀ 'ਚ ਘੋਲ ਕਰਦੇ ਨੇ, ਉਹ ਉਹਦੇ ਉੱਤੇ ਮੈਂ ਤੈਨੂੰ ਢਾ ਲਿਆ, ਮੈਂ ਤੈਨੂੰ ਢਾ ਲਿਆ। ਮੈਨੂੰ ਤਾਂ ਕਈ ਵਾਰ ਲੱਗਦਾ ਜਿਵੇਂ ਉਹ ਬੱਚਿਆਂ ਦੀ ਲੜਾਈ ਨਹੀਂ ਹੁੰਦੀ, ਨਿਆਣਿਆਂ ਦੀ, ਇਹ ਉੱਦਾਂ ਆਪਸ 'ਚ ਲੜਦੇ ਪਏ ਨੇ, ਮਿੱਟੀ ਦੇ ਵਿੱਚ ਘੋਲ ਕਰਦੇ ਪਏ ਨੇ, ਤੇ ਅਸੀਂ ਬੈਠ ਕੇ ਦੇਖਦੇ ਪਏ ਤਮਾਸ਼ਾ ਵੀ ਆਹ ਹੁੰਦਾ ਕੀ ਪਿਆ। ਬੜਾ ਅਜੀਬ ਲੱਗਦਾ ਕਈ ਵਾਰ। ਚਲੋ ਆਪਾਂ ਅੱਗੇ ਚੱਲੀਏ। ਜ਼ਰੂਰ। ਅੱਗੇ ਇਹ ਹੈ ਜੀ ਕਿ ਮਨਪ੍ਰੀਤ ਬਾਦਲ ਜੋ ਸਾਡੇ ਸਾਬਕਾ ਖਜ਼ਾਨਾ ਮੰਤਰੀ ਰਹਿ ਚੁੱਕੇ ਨੇ, ਉਹਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋ ਗਿਆ ਹੈ, ਤੇ ਲੁੱਕ ਆਊਟ ਸਰਕੂਲਰ ਵੀ ਜਾਰੀ ਹੋ ਚੁੱਕਾ ਹੈ। ਔਰ ਇਸ ਵਕਤ ਉਹ ਰੂਪੋਸ਼ ਨੇ ਕੁਝ ਨਹੀਂ ਪਤਾ ਕਿੱਥੇ ਹੈਗੇ ਨੇ, ਛਾਪੇਮਾਰੀ ਚੱਲਦੀ ਪਈ ਹੈ। ਪਹਿਲੋਂ ਪਿਛਲੇ 2 ਦਿਨਾਂ 'ਚ ਉੱਥੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਉਹਨਾਂ ਦੇ ਘਰ ਲੰਬੀ, ਜਿੱਥੋਂ ਇਹਨਾਂ ਦਾ ਘਰ ਹੈਗਾ, ਔਰ ਇਹਨਾਂ ਦੇ ਘਰ ਵਿੱਚ ਕੋਈ ਨਹੀਂ ਮਿਲਿਆ, ਇਹਨਾਂ ਦਾ ਪਰਿਵਾਰ ਔਰ ਨਾ ਮਨਪ੍ਰੀਤ ਬਾਦਲ ਕੋਈ ਨਹੀਂ ਮਿਲਿਆ। ਉਸ ਤੋਂ ਬਾਅਦ ਉਹ ਖਾਲੀ ਹੱਥੀਂ ਵਾਪਸ ਆ ਗਏ। ਉਹਨਾਂ ਨੇ ਬੜੀ ਪੜਚੋਲ ਔਰ ਸਾਰਾ ਘਰ ਫੋਲਿਆ, ਔਰ ਉਹ ਤੋਂ ਬਾਅਦ ਇਹਨਾਂ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ, ਔਰ ਉਹ ਤੋਂ ਬਾਅਦ ਉਹਦੇ ਨਹੀਂ ਲੱਭੇ ਹੈਗੇ। ਔਰ ਉਹ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਇਹ 61 ਦਿਨ ਹੋ ਗਏ ਅਜੇ ਤੱਕ ਨਹੀਂ ਰੂਪੋਸ਼ ਹੋਏ, ਨਹੀਂ ਮਿਲ ਰਹੇ,
ਔਰ ਲੁੱਕਆਊਟ ਜਿਹੜਾ ਸਰਕੂਲਰ ਉਹ ਜਾਰੀ ਕਰਤਾ ਵੀ ਸਾਰੀਆਂ ਜਿਹੜੀਆਂ ਸਾਡੀਆਂ ਇੰਡੀਆ ਦੀਆਂ ਫਲਾਈਟਸ ਨੇ ਜਿੱਧਰ ਜਿੱਧਰ ਬਾਹਰ ਜਾ ਰਹੀਆਂ ਏਅਰਪੋਰਟਾਂ 'ਤੇ ਇਹਨਾਂ ਨੇ ਕਹਿ ਤਾ ਕਿ ਜਦੋਂ ਉਹਨਾਂ ਨੂੰ ਦੇਖੋਗੇ ਔਰ ਉਹਨਾਂ ਨੂੰ ਸਾਨੂੰ ਉਸ ਵੇਲੇ ਸੂਚਿਤ ਕਰਨਾ ਜ਼ਰੂਰੀ ਹੈ। ਇਸ ਕਰਕੇ ਹੈਗਾ। ਔਰ ਉਹਨਾਂ ਨੇ ਹੁਣ ਇਹਨਾਂ ਦੀਆਂ ਫਾਈਲਾਂ ਬਹੁਤ ਕੱਢੀਆਂ, ਜਿਹੜੀਆਂ ਫਾਈਲਾਂ ਦੇ ਵਿੱਚ ਜਦੋਂ ਇਹ ਫਾਈਨਾਂਸ ਮਿਨਿਸਟਰ ਸੀਗੇ, ਵਿੱਤ ਮੰਤਰੀ ਪੰਜਾਬ ਸੀਗੇ, ਉਹਦੇ ਵਿੱਚ ਜੋ ਇਹਨਾਂ ਨੇ ਸਹੂਲਤਾਂ ਦਿੱਤੀਆਂ, ਜੋ ਇਹਨਾਂ ਨੇ ਪੈਸਾ ਸੈਂਕਸ਼ਨ ਕੀਤਾ, ਉਹਦੀ ਪੜਚੋਲ ਹੋ ਗਈ ਆ। ਬੇਸਿਕ ਮੁੱਦਾ ਇਹਨਾਂ ਦਾ ਇਹ ਸੀਗਾ, ਮਾਡਲ ਟਾਊਨ ਬਠਿੰਡਾ 'ਚ ਕੁਝ ਪਲਾਟ ਸੀਗੇ, ਜਿਹੜੇ ਪਲਾਟ ਕਮਰਸ਼ੀਅਲ ਸੀਗੇ ਔਰ ਉਹਦੇ ਵਿੱਚ ਮਾਰਕੀਟ ਬਣਨੀ ਸੀਗੀ, ਉਹਦੇ 'ਚ ਇਹਨਾਂ ਨੇ ਉਹਦੀ ਬੋਲੀ ਕਰਵਾ ਕੇ ਉਹ ਸਸਤੇ ਰੇਟ 'ਤੇ ਜਿਹੜੇ ਹੈਗੇ ਉਹ ਲਿਆ ਕੇ ਅਤੇ ਪੰਜਾਬ ਸਰਕਾਰ ਦੀ ਸਰਕਾਰੀ ਸੀਗੋ ਔਰ ਉਹ ਚੂਨਾ ਲੱਗਾ ਗੌਰਮੈਂਟ ਨੂੰ। ਉਹਦੇ ਵਿੱਚ ਕੋਈ 85 ਲੱਖ ਦੇ ਕਰੀਬ ਜਿਹੜਾ ਸੀਗਾ ਉਹ ਘਾਟਾ ਪਿਆ ਇਹਨਾਂ ਨੂੰ। ਔਰ ਉਹਦੀ ਜਿਹੜੀ ਜਾਂਚ ਪੜਤਾਲ ਕੀਤੀ ਵਿਜੀਲੈਂਸ ਨੇ ਸਾਰੇ ਦਾ ਸਾਰਾ ਮੁੱਦਾ ਸਾਹਮਣੇ ਲੈਣ ਦਾ ਇਹਨਾਂ ਨੂੰ ਬੁਲਾਇਆ ਵੀ ਸੀਗਾ। ਇਹਨਾਂ ਨੂੰ ਕੋਈ ਪੁੱਛਿਆ ਵੀ ਗਿਆ, ਇਹਨਾਂ ਨੂੰ ਪ੍ਰੂਫ ਕਿਆ ਦਿਖਾਓ ਕਿਹੜੇ ਹੈਗੇ ਆ। ਉਹ 'ਚੋਂ 3 ਮੁੰਡੇ ਗ੍ਰਿਫਤਾਰ ਕਰ ਲਏ ਆ ਜਿਨ੍ਹਾਂ ਦੇ ਇਹਨਾਂ ਨੇ ਬੋਲੀ ਦੇ ਵਿੱਚ ਸ਼ਾਮਲ ਕੀਤੇ ਸੀ, ਉਹ ਬਠਿੰਡੇ ਦੇ ਹੀ ਆ। ਔਰ ਇਹ ਆਪ ਉਦੋਂ ਬਾਅਦ ਨਿਕਲ ਗਏ ਆ। ਔਰ ਦੇਖ ਲਓ ਇੰਨੇ ਸੂਝਵਾਨ ਇੰਨੇ ਅੱਛੇ ਘਰਾਣੇ ਨੂੰ ਬਿਲੋਂਗ ਕਰਨ ਵਾਲਿਆਂ ਦੇ ਜੇ ਇਸ ਤਰ੍ਹਾਂ ਦੀਆਂ ਤੋਹਮਤਾਂ ਲੱਗਦੀਆਂ ਤੇ ਇਹ ਕੋਈ ਝੂਠ ਤਾਂ ਨਹੀਂ ਹੋ ਸਕਦਾ, ਸੱਚ ਹੀ ਹੋ ਸਕਦਾ ਕਿ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਕੋਈ ਸਿਰ ਨਹੀਂ ਫਿਰਿਆ। ਔਰ ਇਹ ਪਹਿਲੋਂ ਇਹਨਾਂ ਨੇ ਜਿਹੜੀ ਆਪਣੀ ਬਣਾਈ ਸੀਗੀ ਆਪਣੇ ਨਾਲ ਦਾ ਇਹਨਾਂ ਦਾ ਸਾਂਝਾ ਫਰੰਟ ਸੀਗਾ, ਉਹ ਸੀਗਾ ਭਗਵੰਤ ਮਾਨ ਨਾਲ ਰਾਜਨੀਤਿਕ ਪਾਰਟੀ ਇਕੱਠਿਆਂ ਬਣਾਈ ਸੀ। ਉਹਦੀ ਇਹਨਾਂ ਨੇ ਸ਼ੁਰੂਆਤ ਖਟਕੜ ਕਲਾਂ ਤੋਂ ਦੋਵਾਂ ਤੋਂ ਕੀਤੀ ਸੀ। ਜਦੋਂ ਇਹ ਇਲੈਕਸ਼ਨ 'ਚ ਖੜੇ ਹੋਏ ਆ ਦੋਵੇਂ ਹਾਰ ਗਏ ਸੀਗੇ। ਫਿਰ ਇਹ ਕਾਂਗਰਸ 'ਚ ਆ ਗਏ। ਕਾਂਗਰਸ ਅਮਰਿੰਦਰ ਸਿੰਘ ਜੀ ਜਿਹੜੇ ਕੈਪਟਨ ਸੀਗੇ, ਉਹਨਾਂ ਦੀ ਵਜ਼ਾਰਤ ਸੀਗੇ, ਉਹਦੇ ਵਿੱਚ ਵਿੱਤ ਮੰਤਰੀ ਰਹੇ। ਇਹ ਪਹਿਲਾਂ ਅਕਾਲੀ ਦਲ ਸੀਗੇ, ਅਕਾਲੀ ਦਲ ਤੋਂ ਛੜੱਪਾ ਮਾਰ ਕੇ ਕਾਂਗਰਸ ਤੋਂ ਛੜੱਪਾ ਮਾਰ ਕੇ ਫਿਰ ਆ ਗਏ ਬੀਜੇਪੀ 'ਚ। ਇਸ ਵੇਲੇ ਬੀਜੇਪੀ 'ਚ ਮੇਰਾ ਖਿਆਲ ਆ ਕਿ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲਦੇ ਆ। ਔਰ ਇਸ ਬਦਲਣ ਦੇ ਵਿੱਚ ਕੀ ਹੁੰਦਾ, ਸਿਆਸੀ ਲਾਭ ਇਹਦੇ ਵਿੱਚ ਹੁੰਦਾ, ਜਿਹੜੀ ਫੋਕੀ ਚੌਧਰ ਇਹਦੇ ਵਿੱਚ ਹੁੰਦਾ ਕਿ ਕੁਰਸੀ। ਇਹਨਾਂ ਨੂੰ ਆ ਕਿ ਮੈਂ ਫਾਈਨਾਂਸ ਮਿਨਿਸਟਰ ਹਾਂ, ਮੈਂ ਫਿਰ ਫਾਈਨਾਂਸ ਮਿਨਿਸਟਰ ਮੈਨੂੰ ਦੇ ਸਕਦੇ ਆ। ਔਰ ਉਹ ਮਿਨਿਸਟਰੀ ਦੇ ਵਿੱਚ ਵਿੱਤ ਮੰਤਰੀ ਹੋਣ ਦੇ ਨਾਤੇ 'ਚ ਇਹਨਾਂ ਨੇ ਕਿੰਨੀਆਂ ਉਹਦੇ ਵਿੱਚ ਜਿਹੜੇ ਨੁਕਸਾਨ ਪਹੁੰਚਾਇਆ ਅਤੇ ਕਿੰਨਾ ਆਪਣੇ ਆਪ ਨੂੰ ਲਾਭ ਪਹੁੰਚਾਇਆ, ਕਿੰਨਾ ਪੈਸਾ ਆਪ ਖਾ ਗਏ। ਔਰ ਇਹਦੇ 'ਚ ਕਾਗਜ਼ ਬੋਲਦੇ ਆ, ਫਾਈਲਾਂ ਬੋਲਦੀਆਂ। ਭਗਵੰਤ ਮਾਨ ਨੇ ਫਾਈਲਾਂ ਕੱਢ ਲਈਆਂ, ਦੇਖੀਆਂ ਉਹਨੇ ਆ ਕੇ, ਆਉਣਗੀਆਂ ਉਹਦੇ ਕੋਲ ਫਾਈਲਾਂ, ਵਿਜੀਲੈਂਸ ਨੇ ਦਿੱਤੀਆਂ, ਹੈੱਡ ਨੇ ਔਰ ਉਹਦੇ ਜਿਹੜੇ ਸੈਕਟਰੀ ਨੇ, ਜਨਰਲ ਸੈਕਟਰੀ ਨੇ, ਉਹਨਾਂ ਨੇ ਵੇਖ ਲਿਆ। ਹੁਣ ਇਹਨਾਂ 'ਤੇ ਬਹੁਤ ਵੱਡਾ ਮੱਕੂ ਵੱਜ ਰਿਹਾ ਪੰਜਾਬੀ 'ਚ, ਉਹ ਹੈਗਾ ਹੁਣ ਇਹ ਰੂਪੋਸ਼ ਹੋ ਗਿਆ, ਇਸ ਵੇਲੇ ਨਹੀਂ ਮਿਲ ਰਹੇ। ਜਿੱਦਣ ਮਿਲ ਰਹੇ ਵਾਰੰਟ ਜਾਰੀ ਹੋ ਗਿਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ, ਫਿਰ ਕੇਸ ਚੱਲਣਗੇ। ਅਤੇ ਪੈਸਾ ਕਿਹਨਾਂ ਦਾ, ਤੁਹਾਡਾ ਸਾਡਾ ਲੋਕਾਂ ਦਾ ਹੈਗਾ, ਪਬਲਿਕ ਦਾ ਪੈਸਾ ਹੈਗਾ, ਜਿਹਨੂੰ ਖਾਂਦੇ ਇਹ ਇਕੱਲੇ ਲੀਡਰ ਹੈਗੇ। ਬਿਲਕੁਲ ਠੀਕ ਗੱਲ ਹੈ। ਔਰ ਇਸੇ ਗੱਲ ਦਾ ਤੇ ਰੋਣਾ ਹੈ ਜੀ ਹਾਂ ਕਿ ਪਬਲਿਕ ਦੇ ਪੈਸੇ ਨੂੰ ਕਿਉਂ ਨਹੀਂ ਇਹ ਬਚਾਉਂਦੇ ਤੇ ਸਹੀ ਜਗ੍ਹਾ ਤੇ ਲਾਉਂਦੇ। ਸਮਾਂ ਵੀ ਹੋ ਗਿਆ, ਆਪਣੇ ਸਮਾਂ ਵੀ ਹੋ ਗਿਆ ਹੈ ਜੀ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰਿਆ ਕਰੋ। ਜੀ ਹਾਂ। ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚਲੀ ਜੀ ਬਿਲਕੁਲ। ਸਤਿ ਸ਼੍ਰੀ ਅਕਾਲ।